कौन गएगा दशमेश गया जहान बिच मान बिच बाण बिच ज्ञान बिच ध्यान बिच दीन अते दान बिच तारना कमान बिच झोलवा बटाउण बिच दुखड़े अटाउण बिच सुख न नवाउण बिच बलियां बिचों बली पूरा जोधा बिचों जोधा सूरा बलियां बिचों बली पूरा जोधा बिचों जोधा सूरा कवियां बिचों कवि अते गुरु है ज्ञान बिच नाम जपिया प्रभु प्यारे से आस्पल सोहने चुरारे नाम जपिया प्रभु प्यारे से आस्पल सोहने चुरारे से आस्पल सोहने चुरारे नाम जपिया प्रभु प्यारे से आस्पल सुभागियां घड़ियां साहिब श्री गुरु ग्रंथ साहिब जी पातशाह की हजूरी विच बैठण दीआं प्राप्त होईआं। गुरु कोले बैठण दे नाल समा सफला हो जाता है। गुरु की हजूरी विच आउण दे नाल घड़ियां भागां वालियां हो जांदियां। बाणी की पंक्ति है कहते सारा नालों जिंदगी की वो घड़ी चंगी है जदों बंदे नूं गुरु दे चरनां विच बैठण दा सुभाग प्राप्त होंदा। बाणी की पंक्ति है सारी घड़ी सलखणी शौ नाल बिहागा है। शौ कहते मालिक नूं कहते सारा नालों जिंदगी की घड़ी वो चंगी है। भाई नंद लाल कहंदा उम्र वो है जो लेखे दे विच जो जात साई विच गुजरे पैंदी मुजरे नहीं तो सानू हासिल कीए विच इस नीले गुजरे श्याम दे गुजरे। भगत कबीर कहंदा कबीर एक घड़ी आधी घड़ी आधी खूपण आद भगतन सेती गोष्ट जो किनो सुना। इत्थे बैठना ना भी लाभ है। इथों कुछ ना कुछ मिलना ही मिलना गुरु को। इस समा बेअर्थ नहीं जाता पर यह समा मिलता किनू है। यह समा वो बंदे नूं मिलता जिहदे मत्थे दे अति चंगे भाग होण। नहीं गुरुद्वारे च रही जो मत्था टेकण नूं चित नहीं करदा। गुरुद्वारे दे विच रहना खड़े भी रहना लंगर च बैठे रहना पर दरबार च वड़न नूं चित नहीं करदा। बाणी की पंक्ति है जिनके चित्त कठोर है वह न सतगुर पास। बाणी की पंक्ति है जदों हिरदा बंदे दा पत्थर वर्गा हो जाए उन्हें रब की गल चंगी नहीं लगती। जदों ना हिरदा बंदे दा पत्थर वर्गा हो जाए उन्हें
ਨਹੀਂ ਚੰਗੀ ਲੱਗਦੀ। ਉਹਨੂੰ ਕੀ ਚੰਗਾ ਲੱਗਦਾ, ਉਹਨੂੰ ਫਿਰ ਮਾੜੀਆਂ ਗੱਲਾਂ ਨੂੰ ਸ਼ੇਰ ਬਣ ਕੇ ਜਾਂਦਾ। ਗੁਰਦੁਆਰੇ ਨੂੰ ਜਾਣਾ ਹੋਵੇ ਨਾ, 20 ਧੁੱਤਾਂ ਕਰੂਗਾ, ਹਜੇ ਠਹਿਰ ਕੇ ਚੱਲ ਪੜਾਂਗੇ, ਅਜੇ ਕਿਹੜਾ ਭੋਗ ਪੈਂਦਾ। ਐਡੀ ਛੇਤੀ ਕੀ ਹੈ, ਜਦੋਂ ਅਰਦਾਸ ਹੋਣ ਲੱਗੀ ਉਦੋਂ ਚੱਲ ਪੜਾਂਗੇ। ਤੇ ਜੇ ਮਾੜੇ ਪਾਸੇ ਨੂੰ ਜਾਣਾ ਹੋਵੇ, ਪੰਕਤੀ ਹੈ ਚੰਗਿਆਈ ਆਲਸ ਕਰ, ਚੰਗੇ ਪਾਸੇ ਨੂੰ ਤੁਰਨਾ ਹੋਵੇ ਆਲਸ ਕਰਦਾ, ਬਰਿਆਈ ਹੋਏ ਸ਼ੇਰ ਬਣ ਜਾਂਦਾ। ਮਾੜੇ ਪਾਸੇ ਨੂੰ ਸ਼ੇਰ ਬਣ ਕੇ ਜਾਂਦਾ। ਗੁਰੂ ਕੋਲੇ ਆਣ ਕੇ ਦਾ ਸਮਾਂ ਸਫਲਾ ਹੁੰਦਾ ਹੈ। ਇੱਕ ਸਮਾਂ ਪਾਸ ਹੁੰਦਾ ਹੈ, ਇੱਕ ਸਮਾਂ ਬਰਬਾਦ ਹੁੰਦਾ ਹੈ। ਜ਼ਿੰਦਗੀ ਨੇ ਘੜੀਆਂ ਸਮਾਂ ਪਾਸ ਤਾਂ ਉਹ ਚੀਜ਼ ਚ ਹੁੰਦਾ ਜਦੋਂ ਆਪਾਂ ਕੰਮਾਂ ਧੰਦਿਆਂ ਚ ਲੱਗ ਜਾਂਦੇ, ਸਮਾਂ ਪਾਸ ਹੁੰਦਾ। ਕਿਤਾਬ ਬਾਣੀ ਦੀ ਪੰਕਤੀ ਹੈ, ਕਹਿੰਦੇ ਵੀ ਕੰਮ ਕਰਦੇ ਦੇ ਦਿਨ ਧੰਦਿਆਂ ਚ ਲੰਘ ਜਾਂਦਾ ਤੇ ਸਮਾਂ ਬਰਬਾਦ ਉਦੋਂ ਹੁੰਦਾ ਜਦੋਂ ਟਾਕਮ ਕੁੰਜੜੀਆਂ ਮਨੋਂ ਮਚੰਦੜੀਆਂ ਮਾੜੀਆਂ ਚੀਜ਼ਾਂ ਦੇਣੀਆਂ, ਆਪਾਂ ਗੰਦੀਆਂ ਫਿਲਮਾਂ ਤੇ ਬਕਾਰਨ ਦੀ ਅੱਗ ਲੱਗਦੀ ਆ, ਉਦੋਂ ਸਮਾਂ ਬਰਬਾਦ ਹੁੰਦਾ। ਉਦੋਂ ਇਹ ਸਮਝੋ ਵੀ ਮੇਰਾ ਸਮਾਂ ਬਰਬਾਦ ਹੋ ਗਿਆ। ਜਦੋਂ ਮਾੜੇ ਪਾਸੇ ਮਾੜੀਆਂ ਚੀਜ਼ਾਂ ਦੇਣੀਆਂ, ਜਿਵੇਂ ਫੋਨ ਲੈ ਲੈਣੇ ਆ, ਉਹਦੇ ਚ ਗੰਦ ਚ ਲੱਤਾਂ ਮਾਰੀ ਜਾਂਦਾ। ਕਹਿੰਦਾ ਮੈਂ ਨੱਟ ਦੇਣਾ, ਨੱਟ ਕਿੰਨੇ ਦਾ ਗੰਦ ਚ ਲੱਤਾਂ ਮਾਰੀ ਜਾਂਦੇ। ਇਹਨੂੰ ਕਹਿੰਦੇ ਟਾਕਮ ਕੁੰਜੜੀਆਂ ਮਨੋਂ ਮਚੰਦੜੀਆਂ, ਜਿਹਨੂੰ ਦੇਖ ਕੇ ਮਨ ਨੂੰ ਬਕਾਰੋਂ ਦੀ ਅੱਗ ਲੱਗ ਜੇ ਉਹਨੂੰ ਮਾੜੀ ਚੀਜ਼ ਕਹਿੰਦੇ। ਜਿਹਨੂੰ ਦੇਖਣ ਦੇ ਨਾਲ ਨਾ ਮਨ ਨੂੰ ਬਕਾਰੋਂ ਦੀ ਅੱਗ ਲੱਗ ਜੇ, ਉਹ ਇਉਂ ਸਮਝੋ ਵੀ ਸਾਡਾ ਸਮਾਂ ਬਰਬਾਦ ਹੋ ਗਿਆ। ਜੇ ਅਸੀਂ ਕੰਮਾਂ ਧੰਦਾਂ ਦੇ ਵਿੱਚ ਲੱਗੇ ਹੋਏ ਆ ਤੇ ਇਉਂ ਸਮਝੋ ਵੀ ਸਮਾਂ ਪਾਸ ਹੀ ਹੋ ਗਿਆ। ਤੇ ਜੇ ਗੁਰੂ ਕੋਲੇ ਆ ਜਿਹਦੇ ਫੇਰ ਉਹ ਸਮਝੋ ਵੀ ਅੱਜ ਸਾਡਾ ਨਾ ਸਮਾਂ ਸਫਲਾ ਹੋ ਗਿਆ। ਜਦੋਂ ਗੁਰੂ ਕੋਲੇ ਬੈਠ ਗਏ ਨਾ, ਉਦੋਂ ਇਉਂ ਸਮਝਦਾ ਵੀ ਸਮਾਂ ਸਫਲਾ ਹੋ ਗਿਆ। ਅਪਰਾਲਾ ਕੀਤਾ ਮਾਈਆਂ ਬੀਬੀਆਂ ਨੇ ਕਿੰਨੇ ਦਿਨਾਂ ਤੋਂ ਲੈ ਕੇ 40 ਦਿਨਾਂ ਤੋਂ ਲੈ ਕੇ ਸੁਖਮਨੀ ਸਾਹਿਬ ਦੇ ਪਾਠ, ਜਿਹਦੇ ਪਾਠ ਕਰਨ ਦੇ ਨਾਲ 24 ਘੰਟਿਆਂ ਦੇ ਸਵਾਸ ਸਫਲੇ ਮੰਨੇ ਜਾਂਦੇ ਆ। ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਨਾਲ ਤੇ 24 ਘੰਟਿਆਂ ਦੇ ਸਵਾਸ ਬੰਦੇ ਦੇ ਸਫਲੇ ਮੰਨੇ ਜਾਂਦੇ ਆ, ਜੇ ਕਿਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ। ਰਾਜੇ ਦੇ ਵਜ਼ੀਰ ਨੂੰ ਜਲੋਦਰ ਰੋਗ ਹੋ ਗਿਆ। ਜਲੋਦਰ ਰੋਗ ਕਹਿੰਦੇ ਆ ਖੂਨ ਦਾ ਪਾਣੀ ਬਣ ਜਾਣਾ, ਉਹਨੂੰ ਜਲੋਦਰ ਰੋਗ ਕਹਿੰਦੇ। ਬੜਾ ਦੁਖੀ ਆ। ਜਦੋਂ ਦੁਖੀ ਹੈ ਨਾ ਬੰਦਾ, ਤੇ ਉਦੋਂ ਕੀ ਕਰਦਾ ਹੈ? ਉਦੋਂ ਬਾਣੀ ਦੀ ਪੰਕਤੀ ਹੈ, ਜੋ ਪੱਕਾ ਰੋਗੀ ਬਦਲਾਏ। ਜਦੋਂ ਤਨ ਦਾ ਰੋਗੀ ਹੋ ਜੇ ਤਾਂ ਵੀ ਧਾਹਾਂ ਮਾਰਦਾ, ਜੇ ਮਨ ਦਾ ਰੋਗੀ ਹੋ ਜੇ ਤਾਂ ਵੀ ਧਾਹਾਂ ਮਾਰਦਾ, ਤੇ ਜੇ ਕਿਤੇ ਘਰ ਦਾ ਰੋਗੀ ਹੋ ਜੇ ਫੇਰ ਵੀ ਧਾਰ ਨਿਕਲਦੀ। ਤਿੰਨ ਤਰ੍ਹਾਂ ਦਾ ਰੋਗ ਹੈ ਤੇ ਤਿੰਨ ਤਰ੍ਹਾਂ ਦੀ ਤਾਪ ਆ, ਆਦ ਵਿਆਦ ਅਪਾਦ। ਬੰਦਾ ਮਨ ਕਰਕੇ ਵੀ ਰੋਗੀ ਹੈ, ਬੰਦਾ ਤਨ ਕਰਕੇ ਵੀ ਰੋਗੀ ਹੈ, ਤੇ ਬੰਦਾ ਧਨ ਕਰਕੇ ਵੀ ਰੋਗੀ ਹੈ। ਬਾਣੀ ਦੀ ਪੰਕਤੀ ਹੈ, ਗੱਜ ਵੱਜ ਕੇ ਬੋਲੇ ਹੋ ਉਹ ਦੁਖੀਆ ਸਭ ਸੰਸਾਰ ਗਰੀਬ ਦੇ ਨਾਮ ਬਿਨਾ, ਦੁਖੀਆ ਸਭ ਸੰਸਾਰ ਗਰੀਬ ਦੇ ਨਾਮ ਬਿਨਾ, ਉਹ ਦੁਖੀਆ ਸਭ ਸੰਸਾਰ ਗਰੀਬ ਦੇ ਨਾਮ Oh
ਬਾਣੀ ਦੀ ਪੰਕਤੀ ਹੈ। ਮਹਾਰਾਜ ਬਾਣੀ ਚ ਕਹਿੰਦੇ ਆ ਭਾਈ ਰੱਬ ਦੇ ਨਾਮ ਤੋਂ ਬਗੈਰ ਸਾਰੇ ਦੁਖੀ ਹੈ। ਨਾਨਕ ਦੁਖੀਆ ਸਭ ਸੰਸਾਰ। ਕਹਿੰਦੇ ਬਾਬਾ ਜੀ ਕਿਵੇਂ? ਕਹਿੰਦੇ ਬੰਦਾ ਮਨ ਕਰਕੇ ਵੀ ਦੁਖੀ ਹੈ, ਬੰਦਾ ਤਨ ਕਰਕੇ ਵੀ ਦੁਖੀ ਹੈ, ਬੰਦਾ ਧਨ ਕਰਕੇ ਵੀ ਦੁਖੀ ਹੈ। ਹੁਣ ਆਪਾਂ ਇੰਨੇ ਬੈਠੇ ਇੱਕ ਬੰਦਾ ਨਹੀਂ ਆਪਣੇ ਜੋ ਕਹਿ ਸਕਦਾ ਵੀ ਮੈਂ ਸੌਖਾ, ਕਹਿ ਦੇ ਵੀ ਮੈਂ ਸੌਖਾ। ਅਸੀਂ ਗੁਰਦੁਆਰੇ ਚ ਰਹਿੰਦੇ, ਸਾਨੂੰ ਮੁਫਤ ਖਾਣ ਨੂੰ ਮਿਲਦਾ, ਕਿੰਨਾ ਚੰਗਾ ਮਿਲਦਾ, ਅਸੀਂ ਵੀ ਨਹੀਂ ਕਹਿੰਦੇ ਵੀ ਅਸੀਂ ਸੌਖੇ। ਵੇਲੀਆਂ ਖਾਣ ਨੂੰ ਮਿਲਣ, ਸ਼ਕਤੀ ਪਦਾਰਥ ਮਿਲਣ ਖਾਣ ਨੂੰ, ਤੇ ਬੰਦਾ ਫੇਰ ਨਹੀਂ ਕਹੇ ਮੈਂ ਦੁਖੀ। ਇਹਦਾ ਮਤਲਬ ਪਤਾ ਕੀ ਹੈ? ਤੁਹਾਨੂੰ ਖਾਣ ਨੂੰ ਮਿਲਦਾ, ਮਨ ਕਰਕੇ ਦੁਖੀ ਹੈ, ਬਕਾਰਾਂ ਚ ਲੱਗਿਆ ਪਿਆ। ਮਨ ਨੂੰ ਅੱਗ ਲੱਗੀ ਹੈ ਬਕਾਰਾਂ ਦੀ। ਜੇ ਦੋ ਕੌਡੀਆਂ ਨਹੀਂ ਕੋਲੇ ਕਾਹਦ ਰੋਈ ਜਾਂਦਾ ਹੈ। ਜਿਸ ਕਰੇ ਥੋੜੀ ਦੇਰ ਬਹੁਤੀ ਚਿੰਤਾ, ਉਹਦੇ ਵੀ ਚਿੰਤਾ ਬੜੀਆਂ ਵੀ ਕਿੱਥੋਂ ਆਊਗੀ। ਹੈ ਮਨ ਕਰਕੇ ਦੁਖੀ, ਤਨ ਕਰਕੇ ਦੁਖੀ, ਧਨ ਕਰਕੇ ਦੁਖੀ। ਸੌਖਾ ਹੋਣ ਵਾਸਤੇ ਮਹਾਰਾਜ ਕਹਿੰਦੇ ਗੱਲ ਸੁਣੋ, ਜੇ ਸੌਖਾ ਹੋਣਾ ਨਾ ਤਾਂ ਤੈਨੂੰ ਮੈਂ ਗਰੰਟੀ ਦੇ। ਕਹਿੰਦਾ ਜੀ ਕਿਵੇਂ? ਕਹਿੰਦੇ ਤੂੰ ਮੈਨੂੰ ਚੇਤੇ ਕਰਿਆ ਕਰੀ, ਜੇ ਨਾ ਮੈਂ ਤੈਨੂੰ ਸੌਖਾ ਕਰ ਦਿੰਦਾ। ਮਹਾਰਾਜ ਕਹਿੰਦੇ ਸੌਖੇ ਦੀ ਤਾਂ ਗੱਲ ਛੱਡ, ਜੇ ਕਹਿੰਦੇ ਧਰਮਰਾਜ ਦੇ ਜਾਮੀ ਤੇਰੇ ਨੇੜੇ ਆ ਕੇ ਤਾਂ ਮੈਨੂੰ ਦੱਸ। ਮਹਾਰਾਜ ਗਰੰਟੀ ਲੈਂਦੇ ਆ, ਇਹ ਮਾਮੂਲੀ ਗੱਲਾਂ ਨਹੀਂ। ਐਵੇਂ ਵਿਚਾਰ ਕਰ ਸਕਲੇ ਦੇ ਵਿੱਚ ਸੋਚਣਾ ਨੇ ਨਾਲ ਅਸਰ ਹੋਣਾ, ਨਾ ਦਿਮਾਗ ਤੇ ਕੁਝ ਪੈਣਾ। ਮਹਾਰਾਜ ਗਰੰਟੀ ਕਾਹਦੀ ਲੈਂਦੇ ਆ? ਮਹਾਰਾਜ ਕਹਿੰਦੇ ਗੱਲ ਸੁਣ, ਤੂੰ ਮੈਨੂੰ ਚੇਤੇ ਕਰੀ, ਜੇ ਧਰਮਰਾਜ ਦੇ ਜਾਮੀ ਤੈਨੂੰ ਪੁੱਛ ਕੇ ਆਉਣਗੇ। ਹਰ ਘਰ ਨਾਮ ਜਪਾਉਂਦੇ ਆ, ਕਿਸ ਨਾ ਕਹਾ ਲੈ, ਪਰ ਲਿਆ ਹੀ ਨਹੀਂ ਜਾਂਦਾ। ਲੋਕ ਕਿਹੜਾ ਜਪਜੀ ਸਾਹਿਬ ਨਹੀਂ ਪੜਿਆ ਜਾਂਦਾ, 5-7 ਮਿੰਟਾਂ ਦਾ ਪਾਠ ਆ, ਜਪਜੀ ਸਾਹਿਬ ਨਹੀਂ ਪੜਿਆ ਜਾਂਦਾ। ਜਪਤੀ ਨਹੀਂ ਕਰਨਾ, ਨਾਮ ਤਾਂ ਦੂਰ ਹੈ, ਦਿੱਲੀ ਦਾ ਉਹਦਾ ਨਾਮ ਲੈਣਾ, ਪਰ ਜਪਜੀ ਸਾਹਿਬ ਨਹੀਂ ਪੜ੍ਹ ਕੇ ਜਪ ਕਰਨਾ। ਅਰਦਾਸ ਚ ਖੜ ਕੇ ਜਪ ਨਹੀਂ ਕਰਨਾ, ਹੁਕਮਨਾਮਾ ਸੁਣਨ ਨੂੰ ਮਨ ਨਹੀਂ ਕਰਦਾ, ਤੇ ਨਾਮ ਕਿੱਥੇ ਜਪਦਾ? ਨਾ ਅਰਦਾਸ ਚ ਖੜ ਨੂੰ ਚਿੱਤ ਕਰਦਾ, ਨਾ ਹੁਕਮਨਾਮਾ ਸੁਣਨ ਨੂੰ ਚਿੱਤ ਕਰਦਾ, ਤੇ ਨਾਮ ਜਪਣਾ ਤਾਂ ਉਹ ਦਿੱਲੀ ਤੋਂ। ਮਹਾਰਾਜ ਕਹਿੰਦੇ ਹਰ ਹਰ ਨਾਮ ਜਪਾਉਂਦੇ ਆ, ਕਿਛ ਨਾ ਕਹਾ ਜਮਕਾ, ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲਾ। ਮਨ ਵੀ ਤੇਰਾ ਸੌਖਾ ਹੋ ਜੂ, ਤਨ ਵੀ ਤੇਰਾ ਸੌਖਾ ਹੋ ਜੂਗਾ। ਤੂੰ ਰੱਬ ਦਾ ਨਾਮ ਲੈ ਕੇ ਦੇਖ, ਫਿਰ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ। ਜਿਸ ਨਾਮ ਉਹ ਸੌਖਾ ਵੀ ਜਿਹਦੇ ਹਿਰਦੇ ਦੇ ਵਿੱਚ ਰੱਬ ਦਾ। ਜਲੋਦਰ ਲੋਕ ਦਾ ਮਾਰਿਆ ਵਜ਼ੀਰ, ਜਦੋਂ ਜਲੋਦਰ ਲੋਕ ਦਾ ਮਾਰਿਆ ਨਾ, ਤੇ ਕੀ ਕਰਦਾ? ਜਿਵੇਂ ਕਿਸੇ ਸਮੇਂ ਪ੍ਰੇਮਾ ਕੋੜੀ ਕਹਾ ਮਾਰਦਾ ਸੀ, ਜਿਵੇਂ ਕਿਸੇ ਸਮੇਂ ਦੀਪਾਲਪੁਰ ਦਾ ਰੋਗੀ ਕੋੜੀ ਕਹਾ ਮਾਰਦਾ। ਇਹਨੂੰ ਕਹਿੰਦੇ ਜੋ ਪੱਕਾ ਰੋਗੀ ਬਣ, ਸਰੀਰ ਕੋੜੀ ਹੋ ਜੇ, ਖੂਨ ਵਗਣ ਲੱਗ ਜੇ, ਵੈਦ ਜਵਾਬ ਦੇ ਦੇਣ, ਕੋਈ ਰੋਟੀ ਫੜਾਉਣ ਨੂੰ ਨੇੜੇ ਨਾ ਆਵੇ, ਤੇ ਉਦੋਂ ਫਿਰ ਕੀ ਹਾਲਤ ਹੋ ਜਾਂਦੀ ਹੈ? ਉਦੋਂ ਫਿਰ ਤਾਂ ਨਿਕਲ, ਸਰੀਰ ਕੋੜੀ ਹੋ ਜਾਂਦਾ। ਰੋਗੀ ਘਰ ਦੇ ਰੋਟੀ ਨਹੀਂ ਫੜਾਉਂਦੇ, ਕੀ ਕਹਿੰਦੇ ਆ? ਕਹਿੰਦੇ ਹਵਾ ਕੱਟਾਂ ਨੂੰ ਕੀਟ। ਇਹ ਜਿਹੜਾ ਰੋਗ ਇਹਨੂੰ ਲੱਗਿਆ, ਆਪਾਂ ਨੂੰ ਵੀ ਲੱਗ ਜੂ ਜੇ ਇਹਦੇ ਕੋਲ ਬੈਠਾ ਆ ਫਿਰਦੇ ਨੇ ਲੋਕ ਮੂੰਹ ਬੰਨੀ। ਕਿੰਨੇ ਡਰਦੇ ਕਰੋਗੇ ਕਿ ਸਾਨੂੰ ਨਾ ਹੋ।
ਉਹ ਦੂਜਾ ਉਹਦੇ ਕੋਲੇ ਨਹੀਂ ਖੜ ਕੇ ਜੀ ਮੈਨੂੰ ਨਾ ਹੋ ਜਾਵੇ, ਮੈਨੂੰ ਹੁਣ ਦੱਸੋ ਨਾ ਮੂੰਹ ਬੰਨਣ ਨਾ ਬਚਣਾ, ਮਰ ਤਾਂ ਫੇਰ ਵੀ ਜਾਣੀ, ਜੇ ਤਾਂ ਫੇਰ ਰਹਿ ਜਾਣਾ ਫੇਰ ਤਾਂ ਮੰਨ ਜਾਂਦੇ ਵੀ ਆਪਾਂ ਮੂੰਹ ਬੰਨ ਲਵਾਂ, ਹੱਥਾਂ ਨੂੰ ਧੋਈ ਚੱਲੋ ਫੇਰ ਤਾਂ ਬਣ ਜਾਵਾਂਗੇ। ਜਦ ਮਰਨਾ ਫੇਰ ਵੀ ਹੈ, ਫੇਰ ਫਾਇਦਾ ਜਦ ਰਹਿਣਾ ਨਾ ਹੀ ਹੈ ਕਿ ਜਗ ਦਾ ਕੈਦ ਗਰਭ ਹੱਡੀਆਂ, ਜਦੋਂ ਪਤਾ ਤੈਨੂੰ ਫੇਰ ਵੀ ਮਰ ਜਾਣਾ ਤੇ ਫੇਰ ਐਵੇਂ ਕੂੜ ਦੇ ਲਾਵੇ ਐਵੇਂ ਮੱਜੀ ਜਾਣਾ। ਜੇ ਤੁਹਾਨੂੰ ਪਤਾ ਦੁਨੀਆ ਤੋਂ ਮੈਂ ਫੇਰ ਵੀ ਤੁਰ ਜਾਣਾ, ਤੂੰ ਰੱਬ ਦਾ ਨਾਮ ਲੈ ਕੇ ਦੇਖ, ਜਿਹੜਾ ਤੇਰੇ ਨਾਲ ਦੁੱਖਾਂ ਦੀ ਨਿਵਰਤੀ ਕਰ ਦੇਗਾ। ਆਪ ਜੀ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਰਾਗੀ ਸਿੰਘਾਂ ਤੋਂ, ਮਹਾਰਾਜ ਕਹਿੰਦੇ ਹਰ ਕੀਰਤਨ ਸੁਣਾ ਹਰ ਕੀਰਤਨ ਗਾਵਾ, ਤਹਿ ਜਨ ਦੁੱਖ ਨਿਕਟ ਨਹੀਂ ਆਵੇ। ਕਹਿੰਦੇ ਰੱਬ ਦਾ ਕੀਰਤਨ ਸੁਣ ਕੇ ਦੇਖ, ਰੱਬ ਦਾ ਜਸ ਸੁਣ ਕੇ ਦੇਖ ਲੈ ਤੇ ਦੁੱਖ ਤੇਰੇ ਨੇੜੇ ਵੀ ਨਹੀਂ ਆਉਣਾ। ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ, ਦੇਖ ਕਿਵੇਂ ਦੁੱਖਾਂ ਦੀ ਨਿਵਰਤੀ ਹੁੰਦੀ ਹੈ। ਨੀਤੀ ਵਾਲਾ ਕਹਿੰਦਾ ਸੁਖੀ ਦੁਖੀ ਨਾਲ ਜਗਤ ਦੇ ਧਰਮ ਕਰਾ ਜੇ ਕੋਏ। ਕਹਿੰਦੇ ਬੰਦਾ ਮਨ ਕਰਕੇ ਦੁਖੀ ਹੈ, ਤਨ ਕਰਕੇ ਦੁਖੀ ਹੈ, ਧਨ ਕਰਕੇ ਦੁਖੀ ਹੈ। ਕਹਿੰਦੇ ਵੀ ਜੇ ਸੌਖਾ ਹੋਣਾ ਤਾਂ ਧਰਮ ਕਰ ਲਾ। ਅੱਜ 40 ਦਿਨਾਂ ਤੋਂ ਮਾਈਆਂ ਬੀਬੀਆਂ ਨੇ ਉਪਰਾਲਾ ਕੀਤਾ, ਧਰਮ ਕੀਤਾ, ਕਹਿੰਦਾ ਫੇਰ ਕੀ ਹੋ ਜੂ। ਕਹਿੰਦੇ ਜੇ ਤਾਂ ਤੂੰ ਸੌਖਾ ਹੈ ਫਿਰ ਤਾਂ ਤੇਰੇ ਸੁੱਖ ਹੋਰ ਵੱਧ ਜਾਣਗੇ। ਜੇ ਤੂੰ ਦੁਖੀ ਹੋ ਕੇ ਵੀ ਧਰਮ ਕਰ ਲੈਣਾ ਤੇ ਫਿਰ ਤੇਰੇ ਦੁੱਖ ਘਟ ਜਾਣਗੇ, ਸੁੱਖ ਵੱਧ ਜਾਣਗੇ। ਸੁਖੀ ਦੁਖੀ ਦਾ ਜਗਤ ਵਿੱਚ ਧਰਮ ਕਰਾ ਜੇ ਕੋਈ, ਸੁਖੀ ਕਰਾ ਤਾਂ ਸੁਖ ਵਧਾ, ਦੁਖੀ ਕਰਾ ਦੁੱਖ ਖੋਏ। ਕਹਿੰਦੇ ਦੁਖੀ ਹੋ ਕੇ ਵੀ ਧਰਮ ਕਰਕੇ ਦੇਖਣਾ ਤੇ ਫਿਰ ਤੇਰੇ ਦੁੱਖ ਘਟ ਜਾਣਗੇ ਤੇ ਤੇਰੇ ਸੁੱਖ ਵਧਣਗੇ। ਬੜਾ ਵਜ਼ੀਰ ਦੁਖੀ ਹੈ, ਖੂਨ ਦਾ ਪਾਣੀ ਬਣਿਆ ਪਿਆ, ਜਲੋਦਰ ਰੋਗ ਹੋਇਆ ਪਿਆ ਤੇ ਜਦੋਂ ਜਲੋਦਰ ਰੋਗ ਹੋਇਆ ਤੇ ਗੁਰੂ ਦਾ ਸਿੱਖ ਨਾ ਅੱਗੇ ਬਾਣੀ ਕੰਠ ਹੁੰਦੀ ਸੀ ਸਿੱਖਾਂ ਦੀ, ਹੁਣ ਬਾਣੀ ਕੰਠ ਨਹੀਂ ਹੁੰਦੀ। ਹੁਣ ਬਾਣੀ ਆਪਾਂ ਫੋਨਾਂ ਤੋਂ ਪੜ੍ਹਦੇ ਹਾਂ। ਬਾਣੀ ਕੰਠ ਤਾਂ ਹੁੰਦੀ ਹੈ ਜੇ ਅਭਿਆਸ ਹੋਵੇ, ਜੇ ਅਭਿਆਸ ਨਾ ਹੋਵੇ ਬਾਣੀ ਕੰਠ ਨਹੀਂ ਹੋ ਸਕਦੀ। ਅੱਗੇ ਸਿੱਖ ਕਿਆ ਕਰਦੇ ਬਾਣੀ ਕੰਠ ਪੈਸਾ ਕੰਠ, ਅੱਗੇ ਬੈਂਕਾਂ 'ਚ ਨਹੀਂ ਸੀ ਰੱਖਦੇ, ਪੈਸਾ ਉਹ ਹੀ ਹੈ ਜਿਹੜਾ ਘਰੇ ਪਿਆ। ਪੈਸਾ ਉਹ ਹੈ ਜਿਹੜਾ ਤੁਹਾਡੇ ਗੀਜੇ 'ਚ ਹੈ ਤੇ ਬਾਣੀ ਉਹ ਹੈ ਜਿਹੜੀ ਕੰਠ। ਅੱਗੇ ਸਿੱਖਾਂ ਦੇ ਬਾਣੀ ਕੰਠ ਹੋਣੀ, ਸਿੱਖਾਂ ਨੇ 5 ਗ੍ਰੰਥੀ ਦਾ ਨਿਤਨੇਮ ਕਰਿਆ ਕਰਨਾ ਸਭ। ਹੁਣ ਤਾਂ 5 ਬਾਣੀਆਂ ਦਾ ਨਹੀਂ ਕਰਦਾ, ਪੌਣੇ ਘੰਟੇ ਦਾ ਪਾਠ। ਦੇਖੋ ਆਪਣੇ ਚ ਭਾਗਾਂ ਵਾਲੇ ਨੇ ਕੀਤਾ ਹੁਣ, ਕਿ ਉੱਪਰ ਕੀਤਾ ਨਹੀਂ ਕਿਸੇ ਨੇ ਨਾਮ। 5-4 ਸਿੰਘਾਂ ਨੇ ਆਪਣੇ ਜੋ ਇੰਨੇ ਤੋਂ ਕੀਤਾ ਹੋਣਾ। ਅੱਗੇ 5 ਗ੍ਰੰਥੀ ਦਾ ਸਿੱਖ ਨਿਤਨੇਮ ਰੱਖਿਆ ਕਰਦੇ। 5 ਗ੍ਰੰਥੀ ਦੇਖ ਲਓ ਕਿੰਨੀ ਹੁੰਦੀ। ਫਿਰ ਬਾਣੀ ਕੰਠ ਕਿਵੇਂ ਨਾ ਹੋ ਜਗਾ, ਇੰਨਾ ਨਿਤਨੇਮ ਹੀ ਇੰਨਾ ਹੋ। ਟਕਸਾਲ ਵਾਲੀ ਕੋਈ ਹੈ, ਉਹ ਕਹਿੰਦੇ ਪਹਿਲਾਂ 5 ਬਾਣੀਆਂ ਕੰਠ ਕਰਕੇ ਆ ਫਿਰ ਸਾਥਿਆ ਸ਼ੁਰੂ ਕਰਾਂਗੇ। ਜਿੰਨਾ ਚਿਰ 5 ਬਾਣੀਆਂ ਕੰਠ ਨਾ ਹੋਣ ਤੇ ਟਕਸਾਲ ਵਾਲੇ ਉਹਨਾਂ ਤੇ ਸਾਥਿਆ ਦੀ ਦੇਣਾ ਸ਼ੁਰੂ ਕਰ। ਉਹ ਕਹਿੰਦੇ ਪਹਿਲਾਂ 5 ਬਾਣੀਆਂ ਕੰਠ ਕਰਕੇ ਆ, ਉਹਦਾ ਮਤਲਬ ਤੇਰਾ ਨਿਤਨੇਮ ਬਣੂਗਾ। ਇਸੇ ਤਰ੍ਹਾਂ ਸਿੱਖ ਦੇ ਬਾਣੀ ਕੰਠ ਸੁਖਮਨੀ ਸਾਹਿਬ ਤੇ ਸੁਖਮਨੀ ਸਾਹਿਬ ਸਿੱਖ ਪੜ੍ਹਦਾ ਜਦੋਂ ਲੰਘਦਾ ਹੈ ਤੇ ਰੋਗੀ ਦੇ ਕੰਨਾਂ 'ਚ ਆਵਾਜ਼ ਪੈਂਦੀ ਹੈ, ਵਜ਼ੀਰ ਦੇ ਜਿਹਨੂੰ ਜਲੋਦਰ ਰੋਗ ਹੈ। ਜਦੋਂ ਸੁਖਮਨੀ ਸਾਹਿਬ ਦਾ ਪਾਠ ਸੁਣਦਾ ਹੈ ਤੇ ਉਹਨੂੰ ਸ਼ਾਂਤੀ ਆ ਜਾਂਦੀ ਹੈ। ਜਦੋਂ ਸਿੱਖ ਪੜ੍ਹਦਾ ਦੂਰ ਚਲਿਆ ਜਾਂਦਾ ਹੈ ਫਿਰ ਉਹੀ ਹਾਲਤ ਕਹੇ ਜੀ ਹਰ ਬਿਨ ਜੀਓ ਜਲ ਮਰ ਜਾਓ, ਫਿਰ ਉਹੀ ਦੁੱਖ।
ਫੇਰ ਦੁਖੀ ਹੁੰਦਾ, ਕਹਿੰਦਾ ਕਮਾਲਾ ਸਿੱਖ ਕੋਲੇ ਕੀ ਹੈ, ਕਿਹੜੀ ਚੀਜ਼ ਪੜ੍ਹਦਾ ਹੈ। ਇੱਕ ਦਿਨ ਪੁੱਛਿਆ ਸਿੱਖਾ ਕੀ ਪੜ੍ਹਦਾ, ਕਹਿੰਦਾ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਪ੍ਰਚਾਰਨਾ ਕੀਤੀ ਹੈ, ਇਹ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ, ਇਹ ਮੇਰਾ ਨਿਤ ਦਾ ਕਰਮ ਹੈ, ਨਿਤ ਨੇ ਮੇਰਾ ਸੁਖਮਨੀ ਸਾਹਿਬ ਦਾ ਪੜ੍ਹਨਾ। ਵਜ਼ੀਰ ਕਹਿੰਦਾ ਸਿੱਖਾ ਜਦੋਂ ਤੂੰ ਬਾਣੀ ਪੜ੍ਹਦਾ ਨਾ ਤੇ ਆਏ ਆ ਤੇਰੀ ਬਾਣੀ ਜਿਵੇਂ ਮੱਚਦੀ ਅੱਗ ਦੇ ਉੱਤੇ ਪਾਣੀ ਪਾ ਕੇ ਠੰਡਾ ਤਪ ਮੈਂ ਠਾੜ ਵਰਤਾਇਆ। ਬਈ ਸੱਚੀ ਗੱਲ ਹੈ, ਜਿਹੜਾ ਮੈਨੂੰ ਮੈਂ ਦੁਖੀ ਹੈ ਤੇ ਜਦੋਂ ਮੈਂ ਤੇਰੀ ਬਾਣੀ ਸੁਣਦਾ ਤੇਰੀ ਰਸਨਾ ਤੋਂ ਮੈਨੂੰ ਸ਼ਾਂਤੀ ਮਿਲਦੀ ਹੈ। ਤੂੰ ਇਉਂ ਕਰਿਆ ਕਰ, ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ। ਸਿੱਖ ਸੁਖਮਨੀ ਸਾਹਿਬ ਦਾ ਪਾਠ ਸੁਣਾਉਂਦਾ ਹੈ ਤੇ ਵਜ਼ੀਰ ਸ਼ਾਂਤੀ ਚ ਰਹਿੰਦਾ ਉਹਨਾਂ ਚ। ਜਦੋਂ ਸਿੱਖ ਚਲਿਆ ਜਾਂਦਾ ਤੇ ਫਿਰ ਉਹਦੀ ਵਜ਼ੀਰ ਦੀ ਕੀ ਹਾਲਤ ਹੋ ਜਾਂਦੀ ਹੈ, ਪੜਿਆ ਕਰਦੇ ਉਹ ਚੀੜਾ ਅਗਨ ਦੇ ਬਰਾਬਰ ਤਪਦਾ, ਇੱਕ ਸੱਚੇ ਨਾਮ ਤੋਂ ਬਿਨਾ ਅਗਨ ਦੇ ਬਰਾਬਰ ਤਪਦਾ, ਇੱਕ ਸੱਚੇ ਨਾਮ ਤੋਂ ਬਿਨਾ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਤੋਂ ਜਾਂਦੇ ਆ, ਇੱਕ ਬੰਦੇ ਦੀ ਬੜੀ ਵੱਡੀ ਫੈਕਟਰੀ ਲੱਗੀ ਹੈ, ਉਹ ਗੱਦੇ ਤੇ ਬੈਠਾ ਹੈ, ਤਾਰੇ ਉਹਦੇ ਸਰਾਣੇ ਲੱਗੇ ਆ, ਨੌਕਰ ਚਾਕਰ ਭੱਜੇ ਫਿਰਦੇ ਆ। ਜਦੋਂ ਦੇਖਿਆ ਬੜੀ ਚਾਰ ਦੁਆਰੀ ਆ, ਨੌਕਰ ਚਾਕਰ ਬੜੇ ਆ, ਆਏ ਬੈਠਾ ਗੱਦਿਆਂ ਤੇ, ਤਾਰੇ ਸਰਾਣੇ ਲੱਗੇ ਆ। ਮਰਦਾਨਾ ਕਹਿੰਦਾ ਬਾਬਾ ਜੀ ਇਹਦੇ ਨਾਲੋਂ ਵੀ ਕੋਈ ਸੌਖਾ ਹੋ? ਕਹਿੰਦੇ ਨਹੀਂ ਮਰਦਾਨਾ ਇਹ ਵੀ ਦੁਖੀ ਹੈ। ਕਹਿੰਦਾ ਤੁਸੀਂ ਹਰ ਕੋਲ ਕਹਿ ਦਿੰਦੇ ਮੈਂ ਦੁਖੀ ਹੈ। ਦੇਖੋ ਤਾਂ ਸਹੀ, ਚਿੱਟੀਆਂ ਚਾਦਰਾਂ ਵਿਛੀਆਂ ਉਹਦੇ, ਸਰਾਣੇ ਉਹਦੇ ਪਾਸਿਆਂ ਤੇ ਲੱਗੇ ਆ, ਨੌਕਰ ਉਹਦੇ ਪੂਰੇ ਭੱਜੇ ਫਿਰਦੇ ਆ, ਐਦੋਂ ਵੀ ਸੌਖਾ ਹੋਊਗਾ? ਕਹਿੰਦੇ ਉਹ ਮਰਦਾਨਾ ਸੱਚੀ ਗੱਲ ਤੈਨੂੰ ਦੱਸਦੇ ਆ, ਇਹ ਵੀ ਦੁਖੀ ਹੈ। ਕਹਿੰਦਾ ਬਾਬਾ ਜੀ ਕਿਵੇਂ? ਕਹਿੰਦੇ ਪੁੱਛ ਲੈ ਜਾ ਕੇ। ਚਲਿਆ ਗਿਆ ਮਰਦਾਨਾ, ਸ਼ਾਹੂਕਾਰ ਪੁੱਛਦਾ ਕਹਿੰਦਾ ਵੀ ਫਕੀਰਾ ਕਿਵੇਂ ਆਇਆ? ਕਹਿੰਦਾ ਵੀ ਮੈਂ ਪੁੱਛਣ ਆਇਆ ਵੀ ਤੇਰੇ ਜਿੰਨਾ ਵੀ ਕੋਈ ਸੁਖੀ ਹੋ। ਹਜੇ ਇੰਨੀ ਗੱਲ ਹੀ ਕਹੀ ਆ, ਸੇਠ ਦੀ ਕਹਾ ਨਿਕਲ ਗਈ। ਕਹਿੰਦਾ ਮੈਨੂੰ ਮੌਤ ਨਹੀਂ ਲੈਣ ਆਉਂਦੀ, ਮੈਂ ਇੰਨਾ ਦੁਖੀ ਹੈ, ਤੂੰ ਮੈਨੂੰ ਸੌਖਾ ਸਮਝੀ ਜਾ। ਕਹਿੰਦਾ ਮੇਰੇ ਵਰਗਾ ਤਾਂ ਦੁਨੀਆ ਤੇ ਨਹੀਂ ਦੁਖੀ, ਮੈਂ ਤਾਂ ਮੌਤ ਨੂੰ ਦੇਖਦਾ ਕਿ ਮੈਨੂੰ ਮੌਤ ਨਹੀਂ। ਉਹ ਕਹਿੰਦਾ ਵੀ ਗੱਲ ਕੀ? ਕਹਿੰਦਾ ਮੈਂ ਆਪਦੇ ਪਰਿਵਾਰ ਵੱਲੋਂ ਬੜਾ ਦੁਖੀ ਹਾਂ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਐ ਮਨ ਪਿਆਰਿਆ ਤੂੰ ਸਦਾ ਸੱਚ ਸਮਾਦੇ, ਇਹ ਕਟੰਬ ਤੂੰ ਜੇ ਦੇਖਦਾ ਚੰਦਾ ਨਾਹੀ ਤੇਰਾ, ਨਾਲੇ ਸਾਲ ਤੇਰਾ ਚੰਦਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਆ, ਐਸਾ ਕੰਮ ਮੂਲੇ ਨਾ ਕੀਚੈ ਜਦ ਅੰਤ ਪਛੋ ਤਾਇਆ ਸੰਗਤ ਕਾ ਉਪਦੇਸ਼ ਸੁਣ ਤੂੰ ਹੋਵਾ ਤੇਰਾ, ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਾ। ਕਹਿੰਦਾ ਮੇਰੇ ਵਰਗਾ ਤਾਂ ਕੋਈ ਦੁਖੀ ਨਹੀਂ, ਮੈਨੂੰ ਉਹਨਾਂ ਕੋਲੇ ਲੈ ਚੱਲ ਜਿਹਨੇ ਤੈਨੂੰ ਦੱਸਦਾ ਵੀ ਇਹ ਦੁਖੀ ਹੈ। ਕਹਿੰਦਾ ਗੁਰੂ ਨਾਨਕ ਨੇ ਦੱਸਿਆ ਵੀ ਦੁਖੀ ਹੈ। ਆ ਗਿਆ ਸੇਠ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ। ਮਹਾਰਾਜ ਕਹਿੰਦੇ ਵੀ ਦੁਖੀ ਕਿਉਂ ਹੈ? ਲਾ ਕੇ ਦੱਸਣ ਹੱਟ ਬੀਤੀ, ਜਗ ਬੀਤਣਾ ਤਾਂ ਹਰ ਇੱਕ ਹੀ ਦੱਸਦਾ, ਹੱਡ ਬੀਤੀ ਕੋਈ ਦੱਸਦਾ ਹੁੰਦਾ ਹੁੰਦੇ। ਮੇਰੇ ਨਾਲ ਵੀ ਮੈਂ ਇੰਨੀ ਭੈਣ ਤੇ ਮੈਂ ਇਹ ਜਿਹਾ ਬਣਾ ਦਾ ਭਰਿਆ, ਮੈਂ ਇਹ ਜਿਹਾ ਬਣਦਾ ਤਾਂ ਹੱਡ ਬੀਤੀ ਵੀ ਦੱਸਦਾ। ਆਪਦੀ ਵਡਿਆਈ ਤਾਂ ਕਰੀ ਜਾਊਗਾ। ਪਹਿਲੀ ਗੱਲ ਇਹ ਹੈ ਜਿਹੜਾ ਬੰਦਾ ਆਪਦੇ ਆਪ ਨੂੰ ਚੰਗਾ ਕਹੇ ਉਹ ਦੁਨੀਆ 'ਚ ਚੰਗਾ ਬਣ ਹੀ ਨਹੀਂ ਸਕਦਾ। ਜਿਹੜਾ ਬੰਦਾ ਆਪਦੀ ਵਡਿਆਈ ਕਰੇ ਜਾਂ ਵਡਿਆਈ ਸੁਣੇ ਉਹ ਕਦੇ ਬੰਦਾ ਨਹੀਂ ਚੰਗਾ ਬਣ ਸਕਦਾ। ਪਾਣੀ ਦੀ ਪੰਗਤੀ ਆ, ਆਪ ਸੋ ਜੋ ਭਲਾ ਕਹਾਵਾ ਤਿਸਾ ਭਲਾਈ,
ਉਹਦੇ ਵਡਿਆਈ ਨਿਗਟ ਵੀ ਨਹੀਂ ਆਉਂਦੀ ਜਿਹੜਾ ਆਪਦੇ ਆਪ ਨੂੰ ਵਡਿਆਈ ਕਰੀ ਜਾਂਦਾ। ਤੇ ਜੇ ਕਿਤੇ ਗੁਰੂ ਦਾ ਸ਼ਬਦ ਲੱਗ ਜਾਏ ਬਾਣ ਆਪ ਸਕੋ ਜੋ ਜਾਣਾ ਨੀਚਾ ਸੋ ਗਣੀਏ, ਕਿਤੇ ਮਨ ਨੀਵਾ ਹੋ ਜੇ ਗੁਰੂ ਦਾ ਸ਼ਬਦ ਲੱਗ ਜੇ ਬਾਣ ਤੇ ਫਿਰ ਰੱਬ ਪਤਾ ਨਹੀਂ ਕਿੱਥੇ ਪਹੁੰਚਾ ਦਿੰਦਾ। ਮਹਾਰਾਜ ਨੂੰ ਦੱਸਣ ਲੱਗਾ ਮਹਾਰਾਜ ਜੀ ਮੈਂ ਬੜਾ ਦੁਖੀ ਹਾਂ। ਮਹਾਰਾਜ ਨੇ ਕਿਰਪਾ ਕੀਤੀ ਤੇ ਗੁਰੂ ਨਾਨਕ ਨੇ ਸੌਖਾ ਕਰਕੇ ਰੱਖਤਾ, ਭਾਈ ਤੂੰ ਰੱਬ ਦਾ ਨਾਮ ਲਿਆ ਕਰ। ਸੁਰਗਾ ਦਾ ਰਾਜਾ ਪੁੱਛਦਾ ਕਹਿੰਦਾ ਵੀ ਸੌਖਾ ਕਿਵੇਂ ਹੋਈਦਾ? ਕਹਿੰਦੇ ਤੇਰੇ ਕੋਲੇ ਇੰਨਾ ਪਦਾਰਥ ਆ। ਕਹਿੰਦਾ ਪਦਾਰਥ ਚ ਸੁੱਖ ਥੋੜੋ ਆ। ਤੇ ਫਿਰ ਆਪਾਂ ਮਾਤਾ ਜੀ ਦੇ ਕੋਲੇ ਬਹੁਤ ਤਾਂ ਭੱਜਿਆ ਫਿਰਦਾ, ਕਿਤੇ ਟੈਕਸ ਵਾਲੇ ਨੂੰ ਮਿਲਦਾ, ਕਿਸੇ ਕੋਲ ਰਹਿਣਾ ਫੇਰ ਨਹੀਂ, ਫੇਰ ਵੀ ਸਰੀਰ ਚਲੇ ਗਏ। ਕਹਿੰਦਾ ਪਦਾਰਥ ਨਾਲ ਮਨ ਨੂੰ ਸ਼ਾਂਤੀ ਥੋੜੋ ਮਿਲਦੀ ਆ। ਕਹਿੰਦੇ ਫਿਰ ਇਹ ਹੁੰਦਾ ਜੇ ਮਨ ਨੂੰ ਸ਼ਾਂਤੀ ਦੇਣੀ ਹੈ ਨਾ ਤੇ ਤੂੰ ਜਿਹੜੇ ਬੰਦੇ ਰੱਬ ਦਾ ਨਾਮ ਲੈਂਦੇ, ਜਿਵੇਂ 40 ਦਿਨਾਂ ਤੋਂ ਲੈ ਕੇ ਰੱਬ ਦਾ ਨਾਮ ਲਾਇਆ ਗਿਆ, ਸੁੱਖ ਦੀ ਸਭ ਦੇ ਪਾ ਦੇ। ਤੂੰ ਐਂ ਕਰ, ਜੇ ਮਨ ਨੂੰ ਸ਼ਾਂਤੀ ਦੇਣੀ ਹੈ, ਮਨ ਨੂੰ ਸ਼ਾਂਤ ਕਰਨਾ, ਤੇ ਤੂੰ ਉਹਨਾਂ ਕੋਲੇ ਚਲਿਆ ਜਾ ਜਿਹੜੇ ਰੱਬ ਦਾ ਨਾਮ ਲੈਂਦੇ ਆ। ਕਹਿੰਦਾ ਵੀ ਉਹ ਕੌਣ ਹੈ ਜਿਹੜੇ ਰੱਬ ਦਾ ਨਾਮ ਲੈਂਦੇ ਆ? ਕਹਿੰਦੇ ਵੀ ਬਰਮਾ ਦੇ ਪੁੱਤਰ ਹੈ ਚਾਰ, ਸੰਤ ਸਰੰਦਨ, ਸੰਤ ਸਨਾਤਨ, ਸੰਤ ਕਮਾਨ। ਨਾਰਦ ਵੀ ਬਰਮਾ ਦਾ ਪੁੱਤਰ, ਇਹਦੇ ਕੋਲੇ ਕੀਰਤਨ ਦੀ ਭਗਤੀ। ਬਰਮਾ ਦੇ ਪੁੱਤਰ ਨਾਰਦ ਕੋਲੇ ਨਾ, ਪਰ ਭਗਤੀ 9 ਪ੍ਰਕਾਰ ਦੀ ਹੈ। ਸਾਰਿਆਂ ਨਾਲੋਂ ਮੁੱਖ ਭਗਤੀ ਪਰਮੇਸ਼ਰ ਦਾ ਕੀਰਤਨ ਹੈ। ਕੀਰਤਨ ਦੀ ਭਗਤੀ ਨਾਰਦ ਕੋਲੇ। ਤੇਰਾ ਭਗਤ ਨਵਾਂ ਪ੍ਰਕਾਰਾ ਪੰਡਤ ਵੇਦ ਬਕਾਨਾ। ਕਹਿੰਦੇ ਵੀ ਬਰਮਾ ਦਾ ਪੁੱਤਰ ਹੈ, ਨਾਮ ਜਪਦੇ ਆ, ਭਗਵਾਨ ਵਿਸ਼ਨੂੰ ਤੋਂ ਵਰ ਲਿਆਵੇ ਬਈ ਅਸੀਂ ਛੋਟੀ ਉਮਰ ਦੇ ਰਹੀਏ ਤੇ ਸਾਡੀ ਸਮਾਧੀ ਲੱਗੀ ਰਹੇਗਾ ਜਾਵੜਾ। ਜੇ ਸੁਖ ਲੈਣਾ ਉਹਨਾਂ ਕੋਲੇ ਚਲਿਆ ਗਿਆ। ਅੱਗੇ ਨਾਮ ਜਪਣ ਵਾਲੇ ਨਾਮ ਜਪਦੇ ਆ ਤੇ ਜਦੋਂ ਨੇ ਆਪ ਦੇ ਮਾਨ ਨਾਲ ਮੱਥਾ ਟੇਕਿਆ, ਉਹਨੇ ਅਮਰ ਫਲ ਭੇਟਾ ਕਰਤਾ। ਅਮਰ ਫਲ ਸੁਰਗਾਂ ਦੇ ਵਿੱਚ ਮੰਨਿਆ ਬਾਣਿਆ ਤੇ ਉਹ ਰੱਬ ਦੇ ਪਿਆਰੇ ਝਾਕੇ ਬਣਾ भैया आगे कौन ना स्वर्ग का राजा। प्रभु को समरा पे मोहताजे, प्रभु को समरा से सर्व कराजे, प्रभु को समरा से सुखासी, प्रभु को समरा सदा बनासी, समर तेना कहने आप दे आना नानक जन की मगर। उन्हें क्या भी खराना कहता था मैं अमर फल भेटा किया ये मेरे निचाके का अखीर ਨੂੰ ਹੱਥ ਬੰਨ ਕੇ ਕਹਿੰਦਾ ਸੋ ਸੁਖ ਮੋਹ ਕੋ ਸੰਤ ਬਤਾਓ। ਹੈ ਸੰਤ ਜੀ ਆ ਜਿਹੜਾ ਸੁਖ ਤੁਹਾਡੇ ਕੋਲੇ ਮੈਨੂੰ ਵੀ ਮਿਲ ਸਕਦਾ? ਕਹਿੰਦੇ ਮਿਲ ਜੂ। ਕਹਿੰਦੇ ਕਿਵੇਂ ਮਿਲੂਗਾ? ਕਹਿੰਦੇ ਆਉਂ ਕਰ, ਜੇ ਸੁਖ ਲੈਣਾ ਨਾ ਤੇ ਤੂੰ ਰੱਬ ਦਾ ਨਾਮ ਲੈਣ ਲੱਗ ਜਾ ਤੇ ਸੇਵਾ ਚ ਲੱਗ ਜਾ। ਕਹਿੰਦਾ ਫਿਰ ਸੁਖ ਮਿਲੂ? ਕਹਿੰਦਾ ਹਾਂ ਲੱਗ ਗਿਆ ਸੇਵਾ ਚ। ਤੜਕੇ ਉੱਠ ਕੇ ਰੱਬ ਦਾ ਨਾਮ ਲੈਂਦਾ। ਅੰਮ੍ਰਿਤ ਵੇਲਾ ਸੰਭਾਲਣ ਲੱਗ ਗਿਆ, ਜਿਹੜਾ 8 ਵਜੇ 10 ਵਜੇ ਉੱਠਦਾ ਸੀ। ਜਦੋਂ ਅੰਮ੍ਰਿਤ ਵੇਲਾ ਸੰਭਾਲਣ ਲੱਗ ਗਿਆ, ਰੱਬ ਦਾ ਨਾਮ ਲੈਣ ਲੱਗ ਗਿਆ, ਸੇਵਾ ਚ ਲੱਗ ਗਿਆ ਤੇ 12 ਸਾਲਾਂ ਪਿੱਛੋਂ ਸੰਤ ਪੁੱਛਦੇ ਵੀ ਸੁੱਖ ਮਿਲਿਆ? ਕਹਿੰਦਾ ਵੀ ਸੱਚੀ ਗੱਲ ਹੈ, ਜੋ ਸੁਖ ਪ੍ਰਭ ਕੋ ਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਆ। ਕਹਿੰਦਾ ਵੀ ਜਿਹੜਾ ਸੁਖ ਮੈਨੂੰ ਤੁਹਾਡੀ ਸੇਵਾ ਚੋਂ ਮਿਲਿਆ ਨਾ, ਆਹ ਸੁਖ ਤਾਂ ਮੈਨੂੰ ਸੁਰਗਾਂ ਦੇ ਰਾਜ ਚੋਂ ਨਹੀਂ ਮਿਲਿਆ। ਬਾਬਾ ਅਤਰ ਸਿੰਘ ਜੀ ਪੜਿਆ ਕਰਦੇ ਰਾਜਾ ਨੂੰ ਦੇਖ ਕੇ। ਬਾਬੇ ਅਤਰ ਸਿੰਘ ਨੇ ਧਾਰਨਾ ਪੜਿਆ ਕਰਨੀ। ਉਹ ਕੋਈ ਖਰੀਦੇ ਸਮਾਨ ਹੈ ਮੀਰਾ Oh
तुसां दफ्त चार के झूठे करत कदे इवें दावे बनदे फिरदे तां मैं चारां दे आड़े रब वर्गा नहीं दुनिया ते कोई रब। महाराज छेवें पातशाह भाई की डरोली बैठे, भाई की डरोली छेवें पातशाह का साधु कहता साईं दास। साईं दास के घर वाली सी रामो राम साईं दास के घर वाली रामो छेवें पातशाह के महल माता दमोदरी, माता दमोदरी की भैन सी रामो। मेरा कहने का मतलब साईं दास छेवें पातशाह का साधु लगता ते महाराज छेवें पातशाह साईं दास दे घरे गए भाई की डरोली। उन्हें मकान तैयार किया, वो कहना महाराज जी मेरा मकान पवित्रता होना जे तुसी चरण पाए। छेवें पातशाह ने चरण पाए ते साईं दास खुश हो गया, कहना नाम ते आयन सजना जन्म पदार्थ जीत नानक धर्म ऐसे जब कीतो अनपावन पुनीत। महाराज जी मेरा तो घर ही पवित्र करता तुसी चरण पाके। संगतां दर्शन करने वास्ते आते हैं। जदों छेवें पातशाह दे संगतां दर्शन करन आउंदियां तसकी सोए सुनी मन हारिया। सोए का मतलब वडियाई उपमा, उपमा गुरु की सुनी है ते संगत ने सोचा भी आउं करके आप भी गुरु के दर्शनां में चले गए। कश्मीर की संगत ने छेवें पातशाह की वडियाई भी सुनी है ते दर्शनां दी भी तां बनी है भी छेवें पातशाह दे दर्शन करने चल गए। दर भंजन गुर सूरमा बड़ जोधा बहु पर उपकार। भाई बड़े सतगुरु बलवान है, सतगुरु सच्चे पातशाह बड़े सूरमे हैं। छेवें पातशाह बड़े जोधे हैं। पंज प्याले पंज पीर 60 पीर बैठा गुर भारी। अर्जन काया पलट के मूर्त हर गो बिंद सवारी। दल पंजन गुर सूरमा बड़ जोधा बहु पर उपकारी। चली पीढ़ी सोटिया रूप दिखावड़ बड़ी उपमा सुनी छेवें पातशाह। कश्मीर की संगत ने अपराधा किया, चलिए गुरु के दर्शन नो। सतगुरां के दर्शन करके की हो जाता पढ़िया करते ले जान जोगा जी दर्शन कीत्या तो जान जोगा जी Oh,
ਡਿਠੇ ਲੈਣ ਪਜੋਗਾ। ਕਹਿੰਦੇ ਵੀ ਮਹਾਰਾਜ ਦੇ ਦਰਸ਼ਨ ਕਰਨ ਦੇ ਨਾਲ ਨਾ ਮਨ ਦੇ ਨਾ ਪਜੋਗ ਮਤ ਵਾਲਾ ਮਨ ਸੁਖੀ ਹੋ ਗਿਆ। ਸੰਗਤਾਂ ਨੇ ਉਪਰਾਲਾ ਕੀਤਾ ਚੰਗੇ ਦਰਸ਼ਨ ਕਰਨ। ਸੰਗਤਾਂ ਦੇ ਮਨ ਦੇ ਵਿੱਚ ਬੜਾ ਚਾਅ ਹੈ। कीमती कीमती चीजा खरीदते छेवें पातशाह ਨੂੰ खुश कर। क्यों? छेवें पातशाह का वचन है, जिन्हों ने भाई साड़ी खुशी लेनी है ना, चंगे तो चंगा घोड़ा, चंगे तो चंगा नौजवान साड़ी फौज च भर्ती हो जाओ, तो चंगे तो चंगा घोड़ा लेके बड़ा बड़ा पदार्थ संगतां खरीद लेंगे। गुरु की खुशी लैन वास्ते कश्मीर की संगत ने भी पदार्थ इकट्ठा किया। जदों कश्मीर की संगत ने पदार्थ इकट्ठा किया ते बड़े बड़े कीमती दशाले खरीदे कश्मीर चो। एक ही करना है, एक गुरु नूं भेटा करांगे। उन्हां समय दे विच 100 रुपया पिंड च नहीं सी हुंदा, जदों 2.5 लाख का समान खरीदिया। समझ लो उन्हां समय च 100 रुपया पिंड च नहीं सी किसी बंदे कोल। जदों 2.5 लाख का समान गुरु नूं संगतां चाहण 10वें पातशाह 2.5 लाख के तंबू के थले बैठा करते। देख लो कह लेना 10वें पातशाह ने जब बैठा ना 1.25 लाख की गल की 2.5 लाख का काम 1.25 लाख की काठी घोड़े की सोने ना कढ़ी मामूली थोड़ो सी 10वें पातशाह। देख लो जो 2.5 लाख के तंबू के थले बैठा बना 1.25 लाख की कलगी लाउंदा होना 1.25 लाख की काठी घोड़े ते पाउंदा ते घोड़ा किन्ने दा हो गया। मेरा कहने का मतलब है इस समय हमारा छेवें पातशाह संगतां बेअंत समान लेके कश्मीर की संगत ने भी उपराला किया चलिए छेवें पातशाह के दर्शन छेवें पातशाह की करांगे कीमती दशाले भेटा करांगे कीमती समान देवांगे छेवें पातशाह। फिर की हो फिर गुरु साडे ते खुश हो। कश्मीर की संगत चली है उदो संगत जोटगा ना शब्द पढ़िया करते जिन्होंने सीधा कीर्तन कह दें। जोटगा ना शब्द बाबे बुढ़े तो चले कई कहने जी बाबे अतर सुने नहीं ये बाबे बुढ़ा जोटगा ना चौकी जा कढ़िया करते फट भी 4 चौकी निकल जी बड़ी चौकी है ना पहली संगत उठ के खड़िया होंगे भी गुरु अर्जन देव जी महाराज ने बाबे बुढ़े को कहा तेरी चौकी च मैं हाजिर होया। मेरा कहने का मतलब है ये जोटगा ने शब्द पढ़ने चौकियां निकलिया करते हैं। साध संगत संगत जोटगा ने शब्द पढ़ते आया करते जदों संगत ने जोटगा ने शब्द पढ़ते आना ते संगतां दे अंदर कादी तांग सी और तेरे दर्शनां दी प्यासी जंग मेरी दूरों दूरों आई चल
ਸੰਗਤਾਂ ਬੜੇ ਪ੍ਰੇਮ ਨਾਲ ਸ਼ਬਦ ਪੜ੍ਹਦੀਆਂ, ਦਰਸ਼ਨ ਪਿਆਸੀ ਦਿਵਸ ਰਾਤ ਚਿਤਵੋ ਅਣਦਿਨ, ਨੀਤ ਖੋਲ ਕਬਰ ਕੋਰ ਮੇਲੀਏ ਨਾਨਕ ਹਰ ਸੰਗ ਮੀਤ। ਸੰਗਤ ਜੋਟੀਆਂ ਨਾਲ ਸ਼ਬਦ ਪੜ੍ਹਦੇ ਪੜ੍ਹਦੇ ਜਿੱਥੇ ਰਾਤ ਕੱਟਣੀ ਨਾ, ਉੱਥੇ ਸੰਗਤਾਂ ਨੇ ਰਾਤ ਨੂੰ ਦੀਵਾਨ ਲਾ ਲਿਆ ਕਰਨਾ। ਰਾਤ ਨੂੰ ਦੀਵਾਨ ਲਾ ਕੇ ਦਿਨ ਚੜ੍ਹਦੇ ਦੇ ਨਾਲ ਫੇਰ ਉੱਠ ਖੜਨਾ। ਇਸ਼ਨਾਨ ਪਾਣ ਕਰਕੇ ਸੰਗਤਾਂ ਨੇ ਫੇਰ ਜੋਟੀਆਂ ਨਾਲ ਸ਼ਬਦ ਪੜ੍ਹਦੇ ਨੇ ਤੁਰਿਆ ਕਰ। ਪੱਟੀ ਆ ਗਈ, ਇਹਨੂੰ ਪੱਟੀ ਨੂੰ 9 ਲੱਖੀ ਕਿਹਾ ਕਰਦੇ ਪਹਿਲੇ ਸਮਿਆਂ 'ਚ। ਜਦੋਂ ਪੱਟੀ ਚਾਹੀ ਨਾ, ਪੱਟੀ ਦੇ ਵਿੱਚ ਮਿਰਜੇ ਰਹਿੰਦੇ ਨੇ ਪਠਾਨ, ਪੁੱਛਦੇ ਆ ਕਿੱਥੇ ਚੱਲੇ ਆ? ਕਹਿੰਦੇ ਅਸੀਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਚੱਲੇ ਆ। ਤੁਹਾਡੇ ਕੋਲੇ ਕੀ ਆ? ਕਹਿੰਦੇ ਛੇਵੇਂ ਪਾਤਸ਼ਾਹ ਵਾਸਤੇ ਸਮਾਨ ਲਿਆ ਵਾ ਸਾਡਾ। ਆ ਸਾਡੇ ਕੋਲੇ ਦਸ਼ਾਦੇ ਆ, ਅਸੀਂ ਛੇਵੇਂ ਪਾਤਸ਼ਾਹ ਨੂੰ ਭੇਟਾ ਕਰਨੇ ਆ। ਛੇਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਕੇ ਆਉਂਦੇ। ਜਦੋਂ ਉਹਨਾਂ ਨੇ ਕੀਮਤੀ ਸਮਾਨ ਦੇਖਿਆ ਨਾ, ਤੇ ਉਹਨਾਂ ਦੇ ਅੰਦਰ ਈਰਖਾ ਦੀ ਅੱਗ ਲੱਗ ਗਈ। ਕੁਦਰਤੀ ਗੱਲ ਹੁੰਦੀ ਆ, ਬੰਦੇ ਤੋਂ ਦੂਸਰੇ ਬੰਦੇ ਦਾ ਸੁੱਖ ਨਹੀਂ ਬਰਦਾਸ਼ਤ ਹੁੰਦਾ। ਤੁਸੀਂ ਕਿਤੇ ਪਰਜਾ ਕੇ ਦੇਖੋ, ਤੁਸੀਂ ਗੁਆਂਢੀ ਦੇ ਸੁੱਖ ਨੂੰ ਬਰਦਾਸ਼ਤ ਨਹੀਂ ਕਰਦੇ, ਇਹਨਾਂ ਤੁਹਾਨੂੰ ਜ਼ਖਮ ਦਾ ਦੁੱਖ ਨਹੀਂ ਜਿੰਨਾ ਗੁਆਂਢੀ ਦੇ ਸੁੱਖ ਦਾ ਦੁੱਖ ਹੈ। ਇਹ ਬੰਦੇ ਦੇ ਅੰਦਰ ਅੱਗ ਹੈ। 4 ਤਰ੍ਹਾਂ ਦੀ ਅੱਗ ਹੈ ਬੰਦੇ ਦੇ ਅੰਦਰ, ਹੰਸ ਖੇਤ ਲੋਭ ਕੋਪ। ਇਹ 4 ਤਰ੍ਹਾਂ ਦੀ ਅੱਗ ਦਾ ਬੰਦਾ ਨਾ ਸਾੜਿਆ ਪਿਆ। ਪਾਣੀ ਦੀ ਪੰਗਤੀ ਹੈ, ਗੱਜ ਵੱਜ ਕੇ ਬੋਲੇ ਉਹ ਕੈਸੇ ਕਰ ਜਾਣਗੇ ਅਗਨੀ ਦੀਆਂ ਨਦੀਆਂ ਬਗਦੀਆਂ।
बादशाह के सर ते भन्निया। ठीकर थोर दलीसर गुरु तेग बहादुर जी महाराज ने शरीर रूपी ठीकरा औरंगजेब बादशाह के सिर ते भन्निया। ਇਹੋ ਜਿਹਾ ਠੀਕਰਾ ਸਿਰ ਤੇ ਭੰਨਿਆ ਭਾਵਾਂ ਦੀ ਸਿੱਖ ਵੀ ਨੇਗਾ ਚੁੱਬੜੇ ਦਿੱਲੀ ਚ। ਭਾਈ ਦਿਆਲਾ ਦੇਵ ਚੁੱਬੜਿਆ, ਭਾਈ ਮਤੀ ਦਾਸ ਨੂੰ ਆਰੇ ਨਾ ਚੀਰਿਆ, ਸਤੀ ਦਾਸ ਨੂੰ ਰੂਪ ਵਿੱਚ ਲਪੇਟ ਕੇ ਅੱਗ ਲਾਈ। ਮੇਰਾ ਕਹਿਣ ਦਾ ਮਤਲਬ ਹੈ ਸਤੀ ਦਾਸ ਨੂੰ ਰੂਪ ਵਿੱਚ ਲਪੇਟ ਕੇ ਅੱਗ ਲਾਈ, ਭਾਈ ਦਿਆਲੇ ਨੂੰ ਦੇਗ ਚ ਉਬਾਲਿਆ ਤੇ ਭਾਈ ਮਤੀ ਦਾਸ ਨੂੰ ਆਰੇ ਨਾ ਚੀਰਿਆ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸਮਾਣੇ ਦੇ ਜਲਾਦ ਦੀ ਡਿਊਟੀ ਲਾਈ। ਸਮਾਣੇ ਦਾ ਜਲਾਦ ਸੀ ਜਿਹਦੇ ਹੱਥ ਦੇ ਵਿੱਚ ਤਲਵਾਰ ਸੀ ਫੌਲਾਦ ਦੀ, ਵੀ ਤੂੰ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰ। ਕਿ ਜੇ ਸੀਨ ਹੋਣਾ ਲੋਕ ਜਾਰੋ ਜਾਰ ਹੁੰਦੇ ਹੋਣੇ, ਚੌਕ ਭਰਿਆ ਖੜਾ ਹੋਣਾ, गुरु तेग बहादुर जी महाराज शहीद कर देंगे। मेरा कहने का मतलब है कि जिन्हें दुख दियां घड़ियां होणियां, किहे जिन्हें दुख दियां घड़ियां होणियां, समाने दा जलाल किवें तलवार नहीं आउंदा होना भी गुरु तेग बहादुर को शहीद कर। साल संत कहे जा समा होना, यह समा बाबा बंदा सिंह बहादुर ते भी आया दिल्ली। बाबा बंदा सिंह बहादुर का नित का 100 सिंह शहीद होता दिल्ली च ना। बाबा बंदा सिंह बहादुर के नाल 760 साथी सी जदों गुरदास नंगल की गढ़ी चों गिरफ्तार किया। बाबा बंदा सिंह बहादुर नूं ना गुरदास नंगल की गढ़ी चों गिरफ्तार किया। उस वेले फर्शशीर बादशाह सी, उन्होंने पूछा भी की कर गए, कहते इहनूं पहले सरहद दीआं गलियां च फेरो। लोग कहते सी भी लोहे का सुहागा बन के आया बाबा बंदा सिंह बहादुर। बाबा बंदा सिंह बहादुर ना लोहे का सुहागा बन के आया, लोगों का डर चक्या जाए। बाबा बंदा सिंह बहादुर लोहे के पिंजरे च बंद किया, ਉਹਦੇ ਗਲ ਦੇ ਵਿੱਚ ਚੌਂਕ ਮਤਵਾਲ ਭਾਰ ਬੰਨਿਆ ਪਿਆ ਵੀ ਭੱਜ ਨਾ ਜਾਵੇ। ਨੰਗੀਆਂ ਤਲਵਾਰਾਂ ਦੇ ਪਹਿਰੇ ਆ ਤੇ ਜਿਹੜੇ ਨਾਲ ਦੇ ਸਿੰਘ ਆ ਨਾ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਧੜ ਨਾਲੋਂ ਸਿਰ ਵੱਢ ਕੇ ਨੇਜਾਂ 'ਚ ਟੰਗਿਆ ਵੀ ਕੱਲ ਨੂੰ ਕੋਈ ਗੁਰੂ ਦਾ ਸਿੰਘ ਨਾ ਬਣੇ। ਤੇ ਜਿਹੜੇ 760 ਸਾਥੀ ਆ ਉਹਨਾਂ ਦੇ ਮੁਸ਼ਕਾਂ ਦਿੱਤੀਆਂ, ਰੇੜਿਆਂ ਤੇ ਸੁੱਟੇ ਭੁੱਖੇ ਤੇ ਆਏ ਨਾ, ਰੇੜਿਆਂ ਤੇ ਸੁੱਟੇ ਆ। मुश्का मुश्का कहते बामा मगर बन लेनिया मुश्का कहते, पिछले पासे बामा बन लेनिया ना तो कहते मुश्का बनिया ना। कहे जा सिंह होना बाबा बंदा सिंह बहादुर के जथे कहते फिर सरहद दीआं गलियां च लोगों का डर चक्या फेरिया गया। कहते हुण इह करो, बाबा बंदा सिंह बहादुर के जथे नूं दिल्ली लिया। दिल्ली का हुक्म हो गया ते फौजी दस्ते की करते हैं, फर्शी बादशाह खुश करने की खातर नहीं मेरी बंदा ना आप दा धर्म भी गवा लेंदा ते आप दी जमीर भी गवा लेंदा है। कादी खातर 4 कोटियां दे लालच, आप दा धर्म भी गुरु की भी नहीं परवाह करता। सिर्फ 4 कोटियां मैनूं इत्थों ज्यादा मिलणगीआं, 4 पैसा के लालच ना आपकी जमीन भी घेर लेंदा ते सब आपका धर्म भी गवा लेंदा। इस करके महाराज बाणी च कहते हैं, कहते वो इहे जे बंदे का भरोसा ही नहीं करना चाहिए जेड़ा बंदा आपकी जमीन घेर ले आपदे धर्म नूं लताड़ देवे ते इहे जे बंदे का तां भरोसा ना करो भावां दी सत्ता समुद्रां तो पार बैठा होवे। बाणी दी पंक्ति है, लोभी का भी साह ना कीता, ये लोभी पुरुष है जेड़ा 4 कोटियां नूं भज्या फिरदा। लोभी इहो जिहा हुंदा
ਉੱਥੇ ਹੱਥ ਪਾਓ ਜਿੱਥੇ ਉਹਦਾ ਨਾਂ ਹੱਥ ਜਾਵੇ। ਲੋਭੀ ਬੰਦੇ ਨੇ ਨਾ ਉੱਥੇ ਹੱਥ ਪਾਉਣਾ ਜਿੱਥੇ ਉਹਦਾ ਹੱਥ ਨਹੀਂ ਜਾਂਦਾ। ਲੋਭੀ ਕੰਮ ਸਭ ਨਤੀਜਾ ਜੇ ਕਾ ਪਾਰ ਵਸਾਏ। ਕਹਿੰਦੇ ਉਹ ਲੋਭੀ ਬੰਦੇ ਦਾ ਕਦੇ ਭਰੋਸਾ ਨਾ ਕਰੋ, ਉਹ ਆਪਦੇ ਧਰਮ ਦਾ ਵੀ ਬੁਰਾ ਕਰ ਦਿੰਦਾ ਤੇ ਉਹ ਆਪਦੇ ਭੈਣ ਭਾਈਆਂ ਦਾ ਵੀ ਬੁਰਾ ਕਰ ਸਕਦਾ। ਲੋਭੀ ਪੁਰਸ਼ ਦਾ ਕਦੇ ਭਰੋਸਾ ਨਹੀਂ ਹੁੰਦਾ। ਇਸੇ ਤਰ੍ਹਾਂ ਸਾਧ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਦਾ ਜਥਾ ਤੇ ਜਿਹੜੇ ਲੋਭੀ ਫੌਜੀ ਦੱਸਦੇ ਆ ਉਹ ਪਿੰਡਾਂ ਚ ਆਏ ਫਿਰਦੇ ਜਿਵੇਂ ਹਰ ਕੇ ਕੁੱਤੇ ਫਿਰਦੇ ਹੁੰਦੇ ਸਿੱਖਾਂ ਦੇ ਧੜ ਨਾਲ ਵੱਖਰੇ। ਵੀ ਸਿੱਖਾਂ ਨੂੰ ਗ੍ਰਿਫਤਾਰ ਕਰ ਲਓ, ਹਰਸ਼ੀਦ ਬਾਦਸ਼ਾਹ ਖੁਸ਼ ਹੋ ਜਾਊਗਾ ਵੀ ਤੁਸੀਂ ਇੰਨੇ ਬੰਦਿਆਂ ਦਾ ਮੁਕਾਬਲਾ ਕੀਤਾ। ਐਲੀ ਐਲੀ ਦੇ ਨਾਰੇ ਲੱਗਦੇ ਆ। ਬਾਬਾ ਬੰਦਾ ਸਿੰਘ ਬਹਾਦਰ ਦਾ ਜਥਾ ਦਿੱਲੀ ਲੈ ਕੇ ਪਹੁੰਚ ਗਏ ਤੇ ਫਰਖਸ਼ੀਰ ਬਾਦਸ਼ਾਹ ਲਾਲ ਕਿਲੇ ਚ ਥੰਬੜੇ ਦੇ ਉਹਦੇ ਹੋ ਕੇ ਬਾਬਾ ਬੰਦਾ ਸਿੰਘ ਦੇ ਵੀ ਝਾਕਦਾ ਜਥੇਦਾਰ ਕੌਣ ਹੈ? ਇਹ ਪੰਥ ਦਾ ਜਥੇਦਾਰ ਕਿਹੜਾ ਬਈ? ਉਹ ਕਹਿੰਦੇ ਵੀ ਤੂੰ ਥੰਬੜੇ ਉਹਦੇ ਕਿਉਂ ਹੈ? ਕਹਿੰਦਾ ਮੈਂ ਸੁਣਿਆ ਬਾਬਾ ਬੰਦਾ ਸਿੰਘ ਬਹਾਦਰ ਸ਼ਕਤੀਆਂ ਦਾ ਮਾਲਕ ਹੈ, ਸਾਨੂੰ ਪਿੰਜਰੇ ਨਾ ਉੱਡ ਕੇ ਮੇਰੇ ਨਹੀਂ ਹੋਏ। ਇੰਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਡਰ ਸੀ ਸਾਧ ਸੰਗਤ। ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਨੂੰ ਜਦੋਂ ਚਾਂਦਨੀ ਚੌਕ ਚ ਦੀ ਲੰਘਾਉਣ ਲੱਗੇ ਨਾ ਤੇ ਮੱਲੋ ਮੱਲੀ ਭੁੱਖ ਦੇ ਸਤਾਏ ਵੀ ਆ ਸਿੰਘ, ਮੁਸ਼ਕਾਂ ਬੰਨੀਆਂ ਹੋਈਆਂ ਤੇ ਜਕਾਰੇ ਛੱਡਦੇ ਆ। ਕਹਿੰਦੇ ਉਹ ਲਾਠੀਆਂ ਪੈਂਦੀਆਂ, ਤੁਸੀਂ ਜਕਾਰੇ ਕਿਉਂ ਛੱਡਦੇ ਆ? ਕਹਿੰਦੇ ਅਸੀਂ ਜਕਾਰੇ ਤਾਂ ਛੱਡਦੇ ਆ ਇੱਥੇ ਸਾਡੇ ਨਾਲ ਦੇ ਸਾਥੀ ਆ ਰਹੇ ਨਾ ਚੀਰੇ ਪਏ ਆ। ਇੱਥੇ ਸਾਡੇ ਨਾਲ ਦੇ ਨਾ ਸਾਡੇ ਵੀਰ ਦੇਗਾ ਚੋਂ ਵਾਲੇ ਪਏ ਆ, ਸੁਖਮਨੀ ਸਾਹਿਬ ਪੜ੍ਹਨ ਵਾਲੇ। ਭਾਈ ਗਿਆਨਾ ਸੁਖਮਨੀ ਸਾਹਿਬ ਪੜ੍ਹਦਾ ਤੇ ਦੇਗ ਚ ਨਾਲੇ ਸ੍ਰੀ ਲੋਕ ਵਾਲੇ ਕਰਦੇ। ਇੱਥੇ ਜਪਜੀ ਸਾਹਿਬ ਪੜ੍ਹਨ ਵਾਲੇ ਆ ਰਹੇ ਨਾ ਚੀਰੇ ਪਏ ਆ। ਜਦੋਂ ਕਿਹਾ ਕਹਿੰਦੇ ਵੀ ਅਸੀਂ ਜਕਾਰੇ ਤਾਂ ਛੱਡਦੇ ਆ, ਇੱਥੇ ਸਾਡੇ ਗੁਰੂ ਨੇ ਕਲਯੁਗ ਦੇ ਵਿੱਚ ਬੜਾ ਵੱਡਾ ਸਾਕਾ ਕਰਕੇ ਦਿਖਾਇਆ। ਕਿਨੋ ਵੱਡੋ ਕਲੂ ਮੇ ਸਾਕਾ ਤਲਕ ਜੰਜੂ ਰਾਖਾ ਪ੍ਰਭ। ਕਹਿੰਦੇ ਤਲਕ ਤੇ ਜੰਜੂ ਦੀ ਰਾਖੀ ਦੀ ਖਾਤਰ ਆ ਚੌਕ ਦੇ ਵਿੱਚ ਸਾਡੇ ਨਾਲ ਸਾਡੇ ਗੁਰੂ ਨੇ ਸੀਸ ਦਿੱਤਾ ਵੇ। ਹੈਰਾਨ ਹੈ। ਕਹਿੰਦੇ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ? ਕਹਿੰਦੇ ਮੌਤ ਤੋਂ ਡਰ ਤਾਂ ਲੱਗੇ ਜੇ ਕੋਈ ਨਵੀਂ ਗੱਲ ਹੋਵੇ ਵੀ ਮਰਨਾ ਹੈ। ਕਹਿੰਦੇ ਇਹਦਾ ਮਤਲਬ ਕਹਿੰਦੇ ਸਾਡਾ ਜੀਵਨ ਮੌਤ ਤੋਂ ਸ਼ੁਰੂ ਹੁੰਦਾ। ਸਿੱਖ ਦਾ ਜਿਹੜਾ ਜੀਵਨ ਹੈ ਨਾ ਇਹ ਮੌਤ ਤੋਂ ਸ਼ੁਰੂ ਹੁੰਦਾ ਹੈ ਤੇ ਮੌਤ ਅਸੀਂ ਉਦੋਂ ਹੀ ਭੁਲਾਤੀ ਹੈ ਜਦੋਂ ਗੁਰੂ ਦੇ ਲੜ ਲੱਗ ਗਏ ਤੇ ਗੁਰੂ ਨੂੰ ਅਸੀਂ ਸਰ ਦਿੱਤਾ ਪੈਸਾ। ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਭਾਈ। ਕਹਿੰਦੇ ਕਮਾਲ ਦੀ ਗੱਲ ਹੈ, ਤੁਹਾਨੂੰ ਮਰਨ ਦਾ ਡਰ ਹੀ ਨਹੀਂ। ਕਹਿੰਦੇ ਮਰਨੇ ਤੋਂ ਕਿਆ ਡਰਨਾ? ਕਹਿੰਦੇ ਮੌਤ ਦਾ ਡਰ ਕੀ ਹੁੰਦਾ? ਅਖੀਰ ਨੂੰ ਕਹਿੰਦੇ ਵੀ ਇਉਂ ਕਰੋ। ਬਾਬਾ ਬੰਦਾ ਸਿੰਘ ਬਹਾਦਰ ਦਾ ਨਾ 100 ਸਿੰਘ ਬਾਹਰ ਕੱਢੋ ਜਥੇ ਚੋਂ। ਕਹਿੰਦੇ ਜੀ ਫੇਰ ਕਹਿੰਦੇ ਉਹਨਾਂ ਨੂੰ ਪੁੱਛ ਲਓ ਵੀ ਜਿਹਨੇ ਜਿਉਂਦੇ ਰਹਿਣਾ ਉਹ ਦੱਸ ਦਿਓ, ਜਿਹਨੇ ਮਰਨਾ ਉਹ ਦੱਸ ਦਿਓ। ਕੱਢ ਲਿਆਂਦਾ 100 ਸਿੰਘਾਂ ਦਾ ਜਥਾ। ਜਦੋਂ 100 ਸਿੰਘਾਂ ਦਾ ਜਥਾ ਕੱਢ ਕੇ ਲਿਆਂਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਥਾ ਜਦੋਂ ਕਤਲਗਾਹ ਚ ਲਿਆਂਦਾ ਕਹਿੰਦੇ ਵੀ ਇਉਂ ਕਰੋ ਜਿਹਨੇ ਜਿਉਂਦੇ ਰਹਿਣਾ ਉਹ ਦੱਸ ਦਿਓ, ਜਿਹਨੇ ਮਰਨਾ ਉਹ ਦੱਸ ਦਿਓ। ਸਿੰਘ ਪੁੱਛਦੇ ਵੀ ਮਾਰੋਗੇ ਕਿਹਨੂੰ ਤੇ ਜਿਉਂਦੇ ਕਿਹੜੇ ਰਹਿਣਗੇ? ਕਾਜੀ ਮਲਾ ਨੇ ਕਹਿੰਦੇ ਜਿਉਂਦੇ ਉਹਨਾਂ ਨੂੰ ਛੱਡਾਂਗੇ ਜਿਹੜੇ ਕਹਿਣਗੇ ਅਸੀਂ ਤਾਂ ਇਸਲਾਮ ਕਬੂਲ ਕਰਨਾ, ਮੁਸਲਮਾਨ ਬਣਨਾ। ਉਹਨਾਂ ਨੂੰ ਅਸੀਂ ਛੱਡ ਦੇਣਾ, ਉਹਨੂੰ ਰਿਹਾ ਕਰ ਦੇਣਾ। ਜਿਹੜੇ ਕਹਿਣਗੇ ਨਾ ਅਸੀਂ ਤਾਂ ਮੁਸਲਮਾਨ ਹਾਂ, ਅਸੀਂ ਸਿੱਖ ਥੋੜ੍ਹਾ,
ਉਹਨਾਂ ਨੂੰ ਅਸੀਂ ਰਿਹਾ ਕਰ ਦੇਣਾ, ਮੌਜ ਕਰਨਾ ਆਪਦੇ ਘਰਾਂ ਚ। ਤੇ ਜਿਹੜੇ ਕਹਿਣਗੇ ਨਾ ਅਸੀਂ ਗੁਰੂ ਦੇ ਸਿੰਘ ਹੈ, ਤੇ ਸਾਡੀ ਗੱਲ ਚੇਤੇ ਰੱਖਿਓ, ਉਹਨਾਂ ਦੇ ਧੜ ਨਾਲੋਂ ਸਰ ਕਲਮਾ ਕਰ ਦਾਂਗੇ, ਮਤਲਬ ਧੜ ਨਾਲੋਂ ਸਰ ਵੱਢ ਦਿਆਂਗੇ। ਇੱਕ ਪਾਸੇ ਮੌਤ ਹੋਵੇ, ਇੱਕ ਪਾਸੇ ਜ਼ਿੰਦਗੀ ਹੋਵੇ, ਨਾਲੋਂ ਸਾਹਿਬ ਕੀ ਬਣਦਾ? ਇੱਕ ਪਾਸੇ ਤਾਂ ਮੌਤ ਹੈ, ਇੱਕ ਪਾਸੇ ਸਿੱਖੀ ਹੈ। ਇੱਥੇ ਬੰਦਾ ਸਿੱਖੀ ਰੱਖੂ ਕਿ ਮੌਤ ਕਬੂਲੂਗਾ? 100 ਸਿੰਘਾਂ ਦੇ ਜਥੇ ਚੋਂ ਇੱਕ ਨੇ ਵੀ ਨਹੀਂ ਕਿਹਾ ਵੀ ਮੈਂ ਇਸਲਾਮ ਕਬੂਲ ਕਰਦਾ। ਦੇਖੋ 100 ਸਿੰਘਾਂ ਦੇ ਜਥੇ ਚੋਂ ਇੱਕ ਬੰਦਾ ਨਹੀਂ ਕਹਿੰਦਾ। ਇੱਥੇ ਹੁਣ ਆਪਣੇ ਜਵਾਕਾਂ ਨੂੰ ਕਹਿ ਦੇ ਵੀ ਤੁਹਾਨੂੰ ਨਾ ਕੈਨੇਡੇ ਨੂੰ ਜਨਾ ਹੱਥ ਨੂੰ ਮੂੰਹ ਬਣਾ ਦੇਣਗੇ ਤੇ ਸਾਧ ਸੰਗਤਾਂ ਹੀ ਬਣੇ ਫਿਰਨਗੇ ਵੀ ਮੈਂ ਗੋਰਾ ਹੀ ਬਣ ਗਿਆ, ਨਾ ਕੋਈ ਪੱਲੇ ਨਾ ਕੋਈ। ਦੇਖ ਲੋ ਕਿ ਇਹ ਹਾਲਤ ਹੈ। ਆਤਮ ਹਾਲਤ ਦੇਖ ਲੋ ਕਿ ਇਹ ਹੋ ਜਾਂਦੀ। ਸਿਰਫ ਬੰਦੇ ਨੂੰ ਨਾ ਇੰਨੀ ਸਵਾਲਤਾ ਪਹਿਲਾਂ ਮੰਗਲੈਂਡ ਕੈਨੇਡਾ ਚਲੇ, ਦੇਖ ਲੋ ਕਿ ਇਹ ਹਾਲਤ। ਇਹ ਤਾਂ 100 ਸਿੰਘਾਂ ਨੂੰ ਇੱਕ ਚੋਂ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਮੈਂ ਇਸਲਾਮ ਕਬੂਲ ਕਰਦਾ। ਕਹਿੰਦੇ ਫੇਰ ਕਹਿੰਦੇ ਜੇ ਨਹੀਂ ਇਸਲਾਮ ਕਬੂਲ ਕਰਦੇ ਨਾ 100 ਨੂੰ ਕਤਲ ਕਰ ਦੇ। ਕਿੱਡਾ ਕਹਿਰ ਦਾ ਦਿਨ ਹੋਣਾ, ਕਿੱਡਾ ਭਿਆਨਕ ਸਮਾਂ ਹੋਣਾ। ਸਿੱਖਾਂ ਤੇ 100 ਸਿੰਘ ਕਤਲ ਹੁੰਦਾ ਹੋਵੇ, ਧਰਤੀ ਲਾਲ ਹੋ ਜਾਂਦੀ ਹੈ ਖੂਨ ਨਾਲ, ਧਰਤੀ ਖੂਨ ਨਾਲ ਲਾਲ ਹੋ ਜਾਂਦੀ ਹੈ। 100 ਸਿੰਘ ਕਤਲ ਹੋ ਗਏ, ਹਾਹਾਕਾਰ ਮਚ ਗਈ। ਹੁਣ ਵੀ ਦੇਖੋ ਸਮਾਂ ਕਿੰਨਾ ਭਿਆਨਕ ਹੈ। ਕਿਸੇ ਨਾ ਕਿਸੇ ਗੁਰੂ ਕੇ ਪਿਆਰੇ ਦੀ ਨਿਤ ਮੌਤ ਹੁੰਦੀ, ਕੋਈ ਨਾ ਕੋਈ ਕਾਰਨ ਨਿਤ ਮੌਤ ਹੁੰਦੀ ਹੈ। ਦੇਖ ਲਓ ਅੱਜ ਦੀ ਦੁਨੀਆ ਦੇ ਜੂ ਨਹੀਂ ਸਕਦੇ ਬਈ ਕਾਹਨੂੰ ਆਪਾਂ ਪਾਪ ਦਾ ਗੱਲ ਸੁਣ ਲਓ, ਗੱਲ ਕਰ ਲਓ ਕਿਸੇ ਨੂੰ। ਇਹ ਤੁਹਾਡੇ ਭਾਈ ਹੈ, ਉਹ ਦੁਸ਼ਮਣ ਥੋੜੋ। ਚਲੋ ਉਸ ਵੇਲੇ ਤਾਂ ਸਰਕਾਰ ਦੁਸ਼ਮਣ ਬਣਦੀ ਸੀ, ਹੁਣ ਦੁਸ਼ਮਣ ਥੋੜੋ, ਹੁਣ ਭਾਈ ਭਾਈ। ਭਾਈਆਂ ਦਾ ਕੀ ਰੌਲਾ ਹੁੰਦਾ? ਭਾਈਆਂ ਦਾ ਤਾਂ ਕੋਈ ਰੌਲਾ ਹੀ ਨਹੀਂ ਹੁੰਦਾ। ਪ੍ਰਤੀ ਚੰਦ ਗੁਰੂ ਅਰਜਨ ਦੇਵ ਨਾਲ ਈਰਖਾ ਕਰਨ ਲੱਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਲਕ ਤੂੰ ਮੇਰਾ ਗੁਰਹਾਈ। ਓਏ ਆਪਣਾ ਤਾਂ ਰੌਲਾ ਹੀ ਨਹੀਂ, ਆਪਣਾ ਇੱਕੋ ਹੀ ਪਿਓ, ਇੱਕੋ ਹੀ ਆਪਣੀ ਮਾਂ। ਇਸੇ ਤਰ੍ਹਾਂ ਜੇ ਅੱਜ ਆਪਾਂ ਸੋਚ ਗਏ ਕੋਈ ਰੌਲਾ ਨਹੀਂ ਕਿ ਭਾਈਆਂ ਦਾ ਕੀ ਰੌਲਾ? ਭਰਾਵਾਂ ਦਾ ਕੋਈ ਪਿਓ ਪੁੱਤ ਦਾ ਕੋਈ ਰੌਲਾ ਨਹੀਂ ਹੁੰਦਾ, ਭਾਈਆਂ ਦਾ ਰੌਲਾ ਨਹੀਂ ਹੁੰਦਾ। ਜਿਹੜੀ ਬਹਿ ਕੇ ਗੱਲ ਖੁੱਲ ਜਾਣੀ ਹੈ, ਜਿਹੜੀ ਬਹਿ ਕੇ ਗੱਲ ਹੋ ਜਾਣੀ ਹੈ, ਨਹੀਂ ਹੁੰਦੀ। ਮੇਰਾ ਕਹਿਣ ਦਾ ਮਤਲਬ ਹੈ ਪਰ ਇਹ ਬਹਿ ਕੇ ਤਾਂ ਹੁੰਦੀ ਹੈ ਜੇ ਬੰਦੇ ਦੇ ਹਿਰਦੇ ਦੇ ਵਿੱਚ ਦਇਆ ਹੋਵੇ ਤੇ ਤਰਸ ਹੋਵੇ। ਤੇ ਜਦੋਂ ਹਿਰਦੇ 'ਚ ਦਇਆ ਨਾ ਹੋਵੇ, ਤਰਸ ਨਾ ਹੋਵੇ, ਫਿਰ ਨਹੀਂ ਗੱਲ ਨਿਕਲਦੀ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਦੂਜਾ ਦਿਨ ਆਇਆ, 100 ਸਿੰਘ ਹੋਰ ਕੱਢ ਲੈ ਬਾਹਰ। ਪਹਿਲਾਂ ਉਹਨਾਂ ਨੂੰ ਲੋਥਾਂ ਦਿਖਾਉਂਦੇ ਨਾਲ ਦੇ, ਆਹ ਤੁਹਾਡੇ ਨਾਲ ਦੇ ਆ ਪਏ ਨਾ ਕਿਹੇ ਜਿਹਾ ਸੀਨ ਹੋਣਾ। ਕਈ ਵਾਰੀ ਆਪਾਂ ਸੜਕ ਤੇ ਜਾਂਦੇ ਆ, ਐਕਸੀਡੈਂਟ ਨਾਲ ਬੰਦਾ ਮਰਿਆ ਹੋਵੇ ਤੇ 20-25 ਕਿਲੋਮੀਟਰ ਬੰਦੇ ਦਾ ਚਿੱਤ ਨਹੀਂ ਲੱਗਦਾ, ਉਹ ਬੰਦਾ ਮਰਿਆ ਪਿਆ ਉਹ ਕਿੱਡਾ ਪਾਪ ਹੋਇਆ। ਕਿੱਥੇ 100 ਸਿੰਘਾਂ ਦੀਆਂ ਲਾਸ਼ਾਂ ਦਿਖਾਉਂਦੇ ਹੋ। ਆ ਤੁਹਾਡੇ ਨਾਲ ਤੇ 100 ਸਿੰਘ ਬਾਹਰ ਕੱਢਿਆ ਤੇ ਉਹਨਾਂ ਨੂੰ ਲਾਸ਼ਾਂ ਦਿਖਾਉਂਦੇ ਹੋ। ਜੇ ਤੁਸੀਂ ਇਸਲਾਮ ਨਾ ਕਬੂਲ ਕੀਤਾ ਤਾਂ ਤੁਹਾਨੂੰ ਵੀ ਆਈ ਕਤਲ ਕਰ ਦਿੱਤਾ। ਕਿ ਜੱਸੀ ਹੋਣਾ। 100 ਸਿੰਘਾਂ ਦੇ ਜਥੇ ਨੂੰ ਪੁੱਛਿਆ ਵੀ ਤੁਸੀਂ ਬਚਣਾ ਕਿਸੇ ਨੇ? ਕਹਿੰਦੇ ਕਿਵੇਂ ਬਚਾਂਗੇ? ਕਹਿੰਦੇ ਤੁਸੀਂ ਕਹਿ ਦਿਓ ਵੀ ਅਸੀਂ ਤਾਂ ਇਸਲਾਮ, ਅਸੀਂ ਮੁਸਲਮਾਨ ਬਣਨਾ, ਅਸੀਂ ਤੁਹਾਨੂੰ ਛੱਡ ਦੇਣਾ। ਕਹਿੰਦੇ ਵੀ ਉਹ ਦੱਸੋ
ਮੁਸਲਮਾਨ ਬਣ ਕੇ ਫਿਰ ਮਰਦਾ ਨਹੀਂ ਬੰਦਾ? ਤੁਹਾਡੇ ਕੋਲ ਹੈ ਗਰੰਟੀ? ਕਹਿੰਦਾ ਨਹੀਂ ਇਹ ਤਾਂ ਕੋਈ ਗਰੰਟੀ, ਮਰਨਾ ਤਾਂ ਫਿਰ। ਕਹਿੰਦੇ ਫਿਰ ਇਹਨੂੰ ਸਾਡੇ ਕੋਲ ਦੱਸੋ, ਜੇ ਫਿਰ ਵੀ ਮਰਨਾ ਹੈ ਤੇ ਫਿਰ ਅਸੀਂ ਆਪ ਦਾ ਧਰਮ ਕਾਹਨੂੰ ਛੱਡਣਾ? ਕਬੀਰ ਕਬੀਰ ਦੀਨ ਗਮਾਇਆ ਦੁਨੀ ਸੋ ਦੁਨੀ ਨਾ ਚਾਲੀ, ਸਾਥ ਪਾਇ ਕਹਾੜਾ ਮਾਰਿਆ ਗਾਫਲ ਆਪਣੇ ਹਾਥ। ਕਹਿੰਦੇ ਉਹ ਜੇ ਫਿਰ ਵੀ ਮਰਨਾ ਹੈ ਤੇ ਫਿਰ ਕਹਿੰਦੇ ਸੱਚੀ ਗੱਲ ਤੁਹਾਨੂੰ ਦੱਸ ਗਏ, ਉਹ ਦੁੱਤਿਆਂ ਬਿਨਾ ਨਹੀਂ ਰਹਿਣਾ, ਧਰਮ ਸੈਰ ਫਿਰਦਿਆਂ ਬਿਨਾ ਨਹੀਂ। सच्ची गल तुहानू दस गए, असीं तां इह जिंदगी गुरु के लेखे च लो। असीं जिहड़ी जिंदगी है ना, कहंदे ओ तुहानू मौत दा डर नहीं। कहंदे भी सच्ची गल तुहानू दस गए, जेड़ा बंदा साडा गुरु दे लड़ लग जांदा ओ तां कहंदा कबीर मोहे मरने का चाव है। ओ तां फकर समझदा मौत नूं, ਉਹ ਨਹੀਂ ਡਰਦਾ, ਮਰਨ ਤੋਂ ਨਹੀਂ ਉਹ ਡਰਦਾ। ਜਦੋਂ ਦੂਸਰੇ ਦਿਨ ਇੱਕ ਨੇ ਵੀ ਕਿਹਾ, ਇੱਕ ਨੇ ਨਹੀਂ ਕਿਹਾ ਵੀ ਮੈਂ ਇਸਲਾਮ ਕਬੂਲ ਕਰਨਾ, 100 ਸਿੰਘ ਹੋਰ ਸ਼ਹੀਦ ਕਰਨਾ। 200 ਸਿੰਘ ਦੀਆਂ ਲਾਸ਼ਾਂ ਪਈਆਂ ਹੋਣ, ਧਰਤੀ ਖੂਨ ਨਾ ਹੋਵੇ ਲਾਲ, ਲੋਥ ਤੇ ਲੋਥ ਚੜੀ ਪਈ ਹੋਵੇ ਤੇ ਕਿਹੇ ਜਿਹਾ ਸੀਨ ਹੋਣਾ। ਤੀਸਰਾ ਦਿਨ ਹੋਇਆ, 100 ਸਿੰਘਾਂ ਦਾ ਜਥੇ ਨੂੰ ਫੇਰ ਕੱਢਿਆ। ਉਹ 100 ਸਿੰਘਾਂ ਦੇ ਜਥੇ ਦੇ ਵਿੱਚ ਨਾ ਇੱਕ ਮਾਈ ਦਾ ਇਕਲੌਤਾ ਪੁੱਤ ਗ੍ਰਿਫਤਾਰ ਕੀਤਾ ਪਿਆ। ਮਾਈ ਦਾ ਪੁੱਤ ਫੜਿਆ ਪਿਆ ਤੇ ਮਾਈ ਦਾ ਪੁੱਤ ਉਹ 100 ਸਿੰਘਾਂ ਦੇ ਜਥੇ ਚ 51ਵੇਂ ਨੰਬਰ ਤੇ ਪੰਗਤੀਆਂ ਪੜ੍ਹਦਾ ਆਵੇ। ਕਾਦ ਗਿਆ ਉਹ ਮਰਦ ਮੂੜ ਨਹੀਂ ਡਰਦੇ ਜਿਹੜੇ ਮੌਤ ਦੇ ਦੀਵਾਨੇ। Yeah.
कबीर जस मरने ते जग डरै, मेरा मन आनंद मरने ही ते पाइया पूर्ण परमा नंद। माई नूं पता लग्या भी मेरा पुत बनया। माई पंजाब चों गई, रतन चंद वजीर नूं मिल के, रतन चंद वजीर नूं मिल के लेके ते फर्शी बादशाह तक अप्रोच कर दिया। मेरे पुत नूं मैं शक च फड़ लिया, मेरा पुत सिख नहीं। माई जागरी करी, माई ने बादशाह के सामने बड़ा बर्राब किया। पढ़िया कर दे गज बज गए। ओ मैं विधवा ते जुल्म हो गया, जुल्म हो गया। मां फर्श बादशाह के सामने खड़ के रोंदी है। पानी की पंक्ति है, किसी मां का पुत दुनिया तो तुर जे ते तख्ते दे ओले बह बह के रोंदी है पुत नूं चेते करके। किसी मां का पुत ना दुनिया तो चलिया जाए ते फिर मां की करती है, तख्ते का ओला ले लेंदी है। देवली बैठी माता रोवा खटियां दे गए भाई, लड़ छलकावे त्रिया रोवा हंस अकेला जाई। सौ संत मां पुत का किड्डा बड़ा दुख होंदा। पढ़िया कर ओ तख्ते मोड़ के रोंदियां मावा, जिन्ना दे पुत तुर गए दुनिया
ਇਕੱਠਾ ਕਰਦੀ ਵਿਹੜੇ ਵਿੱਚ। ਚਲੋ ਸਹੀ ਉਹਦੀ ਰੋਵਣ ਚੱਲੀਏ ਪੁੱਤ ਸਿਕੰਦਰ, ਮੇਰੇ ਨੂੰ ਕਬਰਾਂ ਦੇ ਵਿੱਚੋਂ ਬਾਜਾਂ ਆਉਂਦੀਆਂ, ਮਾਤਾ ਛੱਡਦੇ ਝਗੜੇ ਝੇੜਿਆਂ ਨੂੰ। ਇੱਥੇ ਸਿਕੰਦਰ ਨੇਕਾਂ ਤੁਰ ਕੇ ਰੋਵੇਂ ਕਿਹੜੇ ਕਿਹੜੇ। ਇੱਕ ਸ਼ਬ ਪੈ ਇੱਕ ਗਏ ਇੱਕ ਫੇਰ ਪੈ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਇੱਥੇ ਬੜੇ ਆਏ, ਦੁਨੀਆ ਤੋਂ ਬੜੇ ਬੜੇ ਆੜ ਕੇ ਚਲੇ ਗਏ। ਮਾਈ ਨੇ ਰੁਦਨ ਕੀਤਾ, ਫਰਕ ਬਾਦਸ਼ਾਹ ਨੇ ਕਿਹਾ ਮਾਤਾ ਜੇ ਤੇਰੇ ਪੁੱਤ ਨੂੰ ਸ਼ੱਕ ਚ ਫੜ ਲਿਆ ਹੈ ਨਾ, ਆ ਪੁਲਿਸ ਮੈਂ ਲੈ ਜਾ, ਆ ਤੇਰੇ ਪੁੱਤ ਦੀ ਫੈਲ ਹੈ, ਤੇ ਤੇਰਾ ਪੁੱਤ ਕਹਿ ਦੇ ਵੀ ਮੈਂ ਗੁਰੂ ਕਾ ਸਿੰਘ ਨਹੀਂ, ਤੇਰੇ ਪੁੱਤ ਨੂੰ ਹੁਣੇ ਰਿਹਾ ਕਰ ਦੇਣਾ। ਮਾਂ ਖੁਸ਼ ਪੁਲਿਸ ਮੈਨੂੰ ਲੈ ਕੇ ਨਾਲ ਮਾਂ ਜਾਂਦੀ ਹੈ, ਤੇ ਮਾਂ ਜਦੋਂ ਪੁੱਤ ਦੇ ਸਾਹਮਣੇ ਗਈ ਤੇ ਮਾਈ ਦਾ ਕਲੌਤਾ ਪੁੱਤ 55ਵੇਂ ਨੰਬਰ ਤੇ ਉੱਚੀ ਉੱਚੀ ਪੜਦਾ ਆਉਂਦਾ, ਕਬੀਰ ਜਿਸ ਮਰਨੇ ਤੇ ਜਗ ਡਰੇ, ਜਿਹੜੀ ਮੌਤ ਤੋਂ ਦੁਨੀਆ ਡਰਦੀ ਹੈ। ਮਾਂ ਪੁੱਤ ਦੇ ਸਾਹਮਣੇ ਖੜ ਗਈ, ਕਹਿੰਦੀ ਬੇ ਪੁੱਤ ਤੂੰ ਕਿੰਨਾ ਚਿਰ ਰਲ ਗਿਆ, ਇਹਨਾਂ ਨੂੰ ਤਾਂ ਸਿਰਾਂ ਦੇ ਮੁੱਲ ਪੈਂਦੇ, ਜੇ ਇਹਨਾਂ ਦਾ ਸਿਰ ਲਿਆ ਤੇ 80 ਮੋਹਰਾਂ ਮਿਲਦੇ ਨੇ। ਦੱਸਣ ਵਾਲੇ ਨੂੰ ਆਡਾ ਨਾਮ, ਫੜਾਉਣ ਵਾਲੇ ਨੂੰ ਆਡਾ ਨਾਮ। ਮਾਂ ਦਾ ਕਲੌਤਾ ਪੁੱਤ ਕਹਿੰਦਾ ਮਾਂ ਮੁੱਲ ਪਤਾ ਕਿੰਨਾ ਦੇ ਪੈਂਦੇ ਹੁੰਦੇ। ਕਹਿੰਦੇ ਕਦੇ ਸੋਚਿਆ ਬਈ ਕੀਮਤ ਕਿੰਨਾ ਦੀ ਪੈਂਦੀ ਹੈ। ਕਹਿੰਦੇ ਮਾਂ ਨੂੰ ਕਹਿੰਦਾ ਮਾਂ ਚਿੱਤ ਰੱਖੀ, ਇੱਕ ਤਾਂ ਜਿਹੜੇ ਹੀਰੇ ਲਾਲਾਂ ਦੀ ਕੀਮਤ ਪੈਂਦੀ ਹੈ, ਤੇ ਜੇ ਦੁਨੀਆ ਤੋਂ ਦੇਖਣਾ ਹੋਵੇ ਨਾ ਤੇ ਜਾਂ ਫਿਰ ਲੋਕ ਜਾਨਵਰਾਂ ਤੋਂ ਸ਼ੇਰ ਨੂੰ ਮੰਨਦੇ ਵੀ ਹੈਗਾ। ਮਾਂ ਸਾਨੂੰ 10ਵੇਂ ਪਾਤਸ਼ਾਹ ਨੇ ਸ਼ੇਰ ਬਣਾਇਆ ਪਿਆ, ਅਸੀਂ ਸਿੰਘ ਹੈ, ਸਿੰਘ ਨੂੰ ਸ਼ੇਰ ਦਾ। ਮਾਂ 10ਵੇਂ ਪਾਤਸ਼ਾਹ ਨੇ ਸਾਨੂੰ ਸ਼ੇਰ ਬਣਾਇਆ ਪਿਆ। ਤੇ ਮੈਨੂੰ ਇਉਂ ਦੱਸ, ਸੜਕਾਂ ਦੇ ਉੱਤੇ ਜਿਹੜੀਆਂ ਚੀਜ਼ਾਂ ਰੁਲਦੀਆਂ ਕਦੋਂ ਉਹਨਾਂ ਦੇ ਮੁੱਲ ਪੈਂਦੇ ਆ, ਤੇ ਜਿਹੜੇ ਚੀਜ਼ਾਂ ਦੀ ਕੀਮਤ ਆ ਨਾ ਉਹ ਸੱਤਾ ਜਿੰਦਿਆਂ ਤੋਂ ਅੰਦਰ ਰੱਖੀਆਂ ਹੋਈਆਂ, ਜਿਨ੍ਹਾਂ ਦੀ ਕੀਮਤ ਪੈਂਦੀ ਹੈ, ਜਿਨ੍ਹਾਂ ਦੀ ਕੀਮਤ ਪੈਂਦੀ ਹੈ ਨਾ ਉਹ ਸੱਤਾ। ਤੇ ਇਸੇ ਕਰਕੇ ਮੁੱਲ ਆਮ ਬੰਦਿਆਂ ਦੇ ਨਹੀਂ ਪੈਂਦੇ, ਤੇ ਮੁੱਲ 10ਵੇਂ ਪਾਤਸ਼ਾਹ ਦੇ ਸਿੰਘਾਂ ਦੇ ਸਿਰਾਂ ਦੇ ਪੈਂਦੇ। ਇੱਕ ਗੱਲ ਦੇ ਵਿੱਚ ਚੇਤੇ ਰੱਖੀ, ਹੁਣ ਵੀ ਮੁੱਲ ਪੈਂਦੇ, ਅੱਗੇ ਨੂੰ ਵੀ ਪੈਂਦੇ ਰਹਿਣਗੇ। ਮਾਈ ਦੇ ਹਿੱਕ ਚ ਧੱਕਾ ਮਾਰਿਆ, ਕਹਿੰਦਾ ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਪੁੱਤ ਨਹੀਂ। ਇਹ ਦਿੱਲੀ ਚ ਨਾਮਦੇਵ ਨਾਲ ਵੀ ਹੋਇਆ ਸੀ। ਨਾਮਦੇਵ ਨੂੰ ਕਹਿੰਦੇ ਨਾਮਿਆ, ਦਿੱਲੀ ਦਾ ਬਾਦਸ਼ਾਹ ਕਹਿੰਦਾ ਨਹੀਂ ਤਾਂ ਗਾਂ ਜਿਉਂਦੀ ਕਰਦੇ, ਮਰੀ ਵੀ ਨਹੀਂ, ਤੈਨੂੰ ਹਾਥੀ ਦੇ ਪੈਰਾਂ ਨਾਲ ਵੱਢ ਕੇ ਘੜੀਸ ਕੇ ਮਾਰਦੇ। ਜਦੋਂ ਨਾਮਦੇਵ ਦੇ ਮੂਹਰੇ ਸਵਾਲ ਰੱਖਿਆ ਨਾ, ਨਾਮਿਆ ਮੈਨੂੰ ਪਤਾ ਲੱਗਾ ਦਿੱਲੀ ਚ ਤਾਂ ਬ੍ਰਾਹਮਣ ਜਿਉਂਦਾ ਕਰਤਾ, ਮਰਿਆ ਪਿਆ ਬ੍ਰਾਹਮਣ ਜਿਉਂਦਾ ਕਰਤਾ ਨਾਮਦੇਵ ਨੇ। ਉਹ ਨਾਮਿਆ ਮੇਰਾ ਪੁੱਤ ਤਾਂ ਗਾਂ ਦਾ ਦੁੱਧ ਪੀਂਦਾ, ਤੇ ਨਹੀਂ ਤਾਂ ਗਾਂ ਜਿਉਂਦੀ ਕਰਦੇ, ਤੇ ਨਹੀਂ ਤੈਨੂੰ ਹਾਥੀ ਦੇ ਪੈਰਾਂ ਨਾਲ ਘੜੀਸ ਕੇ ਮਾਰਦੇ। ਬੰਦ ਪਦਵਾਨ ਦੇ ਸੱਜਣ ਇਕੱਠੇ ਹੋ ਗਏ। ਜਿਵੇਂ ਹੁਣ ਕਈ ਮੇਰੀ ਮੁਖੀ ਬੰਦੇ ਹੁੰਦੇ ਆ, ਕੋਈ ਚੰਗੀ ਰਾਏ ਦੇਣ ਵਾਲੇ ਹੁੰਦੇ ਆ, ਮੁਖੀ ਬੰਦੇ ਚੰਗੇ ਸਿਆਣੇ ਵੀ ਹੁੰਦੇ ਆ, ਉਹ ਫਿਰ ਰਾਏ ਦਿੰਦੇ ਆ ਵੀ ਐਂ ਸਮਝੌਤਾ ਕਰ ਲਓ। ਇਸੇ ਤਰ੍ਹਾਂ ਦਿੱਲੀ ਚ ਪਦਵਾਨ ਦੇ ਬੰਦੇ ਸਿਆਣੇ ਇਕੱਠੇ ਹੋ ਗਏ, ਦਿੱਲੀ ਦੇ ਬਾਦਸ਼ਾਹ ਕੋਲੇ ਚਲੇ ਗਏ। ਦਿੱਲੀ ਦੇ ਬਾਦਸ਼ਾਹ ਨੂੰ ਕਹਿੰਦੇ ਵੀ ਨਾਮਦੇਵ ਨੂੰ ਛੱਡ। ਕਹਿੰਦਾ ਰਾਜਨ ਤੋਂ ਅਪਮਾਨ, ਉਹਨੂੰ ਹੰਕਾਰ ਚੜੇ, ਰਾਜਪਦ ਦਾ ਨਸ਼ਾ ਬੜਾ ਭੈੜਾ ਹੁੰਦਾ,
ਚੌਧਰ ਦਾ ਨਸ਼ਾ ਤਾਂ ਭਾਵੇਂ ਦੀ ਤੂੜੀ ਵਾਲੇ ਕੋਠੇ ਦੀ ਚੌਧਰ ਦੇ ਦਿਓ ਤਾਂ ਪੂਰੇ ਕੁਰਸੀ ਢਾ ਕੇ ਬੈਠ ਭਾਵੇਂ ਦੀ ਮੱਕੀ ਹੈ। ਚੌਧਰ ਦਾ ਨਸ਼ਾ ਏਡਾ ਭੈੜਾ, ਕਿਸੇ ਬੰਦੇ ਨੂੰ ਤੁਸੀਂ ਤੂੜੀ ਵਾਲੇ ਕੋਠੇ ਦੀ ਚੌਧਰ ਦੇ ਦਿਓ ਉਹਦੇ ਪੂਰੇ ਕੁਰਸੀ ਢਾ ਕੇ ਬੈਠ ਵੀ ਮੈਂ ਪਤਾ ਨਹੀਂ ਕੀ ਕਰਨਾ। ਗੁਰਦੁਆਰੇ ਦਾ ਪ੍ਰਧਾਨ ਬਣਾ ਦਿਓ, ਗ੍ਰੰਥੀ ਨੂੰ ਨਹੀਂ ਟਿਕਣ ਦਿੰਦਾ। ਇਹ ਚੌਧਰ ਦਾ ਨਸ਼ਾ ਹੀ ਹੈ। ਇਹ ਸੰਤ ਫਤਿਹ ਸਿੰਘ ਕਹਿਣਾ, ਸੰਤ ਫਤਿਹ ਸਿੰਘ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਦੇ ਪ੍ਰਧਾਨ ਹੈ ਸੰਤ ਫਤਿਹ ਸਿੰਘ ਸੰਤ ਚੰਨਣ ਸਿੰਘ, ਉਹਨਾਂ ਨੇ ਕਿਹਾ ਕਰਨਾ ਕਹਿੰਦੇ ਵੀ ਇਹ ਚੌਧਰ ਦਾ ਤਾਂ ਨਸ਼ਾ ਹੀ ਬਣਿਆ। ਇਸ ਤਰ੍ਹਾਂ ਹੁਣ ਰਾਜਪਦ ਦਾ ਨਸ਼ਾ ਤੇ ਦਿੱਲੀ ਦੇ ਭਗਵੰਤ ਲੋਕ ਨਾਮਦੇਵ ਦੀ ਖਾਤਰ ਕਹਿੰਦੇ ਬਾਦਸ਼ਾਹ ਐਵੇਂ ਕਰ ਉਹਨੂੰ ਸੋਨਾ ਚਾਂਦੀ ਲੈ ਲੈ ਨਾਮਦੇਵ ਦੇ ਨਾਮਦੇਵ ਦੇ ਬਰੋਬਰ ਸੋਨਾ ਤੇ ਚਾਂਦੀ ਤੋਲ ਦਿੰਦੇ। ਉਹ ਕਹਿੰਦਾ ਮਾਂ ਲਊ ਤੋਂ ਦੋ ਜੁਗਪਰ, ਕਹਿੰਦਾ ਮੈਂ ਨਰਕਾਂ ਨਹੀਂ ਜਾਣਾ, ਮੈਂ ਰਿਸ਼ਵਤ ਲੈਣੀ ਹੈ। ਜਦੋਂ ਕਹਿੰਦਾ ਵੀ ਮੈਂ ਰਿਸ਼ਵਤ ਮੈਂ ਨਹੀਂ ਛੱਡਣਾ ਨਾਮਦੇਵ, ਕਿਉਂ ਨਸ਼ਾ ਪਦਵਾਤੇ ਸੱਜਣ ਫੇਰ ਕਹਿੰਦੇ ਉਹ ਕਿਵੇਂ ਨਾ ਕਿਵੇਂ ਨਾਮਦੇਵ ਬਚ। ਜਿਵੇਂ ਹੁਣ ਵੀ ਸਿਆਣੇ ਬੰਦੇ ਕਹਿੰਦੇ ਵੀ ਕੋਈ ਨੁਕਸਾਨ ਨਾ ਹੋਵੇ ਕੌਮ ਦਾ, ਜਿਹੜਾ ਸਿਆਣਾ ਬੰਦਾ ਹੁੰਦਾ ਉਹ ਚਾਹੁੰਦਾ ਵੀ ਨੁਕਸਾਨ ਦਾ ਕੌਮ ਨਾ ਹੋਵੇ, ਕੋਈ ਨੌਜਵਾਨ ਪੀੜ੍ਹੀ ਦਾ ਘਾਟ ਨਾ ਹੋਵੇ। ਸਿਆਣਾ ਬੰਦਾ ਨਹੀਂ ਸੋਚਦਾ, ਜਿਹੜਾ ਸਿਆਣਾ ਬੰਦਾ ਹੋਊਗਾ ਉਹ ਸੋਚਦਾ ਵੀ ਨੌਜਵਾਨ ਪੀੜ੍ਹੀ ਦਾ ਘਾਟ ਨਾ ਹੋ ਜਾਏ ਤੇ ਕੌਮ ਦਾ ਨੁਕਸਾਨ ਨਾ ਹੋ ਜਾਏ। ਪਬਲਿਕ ਕਿਵੇਂ ਨਾ ਕਿਵੇਂ ਨਾ ਇਹ ਸਮਝੌਤਾ ਹੋ ਜਾਏ ਤੇ ਚੰਗੀ ਗੱਲ ਹੈ। ਇਸ ਤਰ੍ਹਾਂ ਭਗਵੰਤ ਸੱਜਣ ਕਹਿੰਦੇ ਵੀ ਕਿਵੇਂ ਨਾ ਕਿਵੇਂ ਨਾਮਦੇਵ ਨੂੰ ਛੱਡ ਦੇ। ਨਾਮਦੇਵ ਦੀ ਮਾਂ ਸੀ ਨਾਲ ਉਸ ਵੇਲੇ, ਨਾਮਦੇਵ ਦੀ ਮਾਂ ਕੋਲ ਚਲੇ ਗਏ। ਕਹਿੰਦੀ ਮਾਂ ਆਪਦੇ ਪੁੱਤ ਨੂੰ ਸਮਝਾਓ। ਕਹਿੰਦੀ ਕੀ ਕਹਾਂ? ਕਹਿੰਦੇ ਆਪਦੇ ਪੁੱਤ ਨੂੰ ਕਹਿੰਦੇ ਵੀ ਪੁੱਤ ਰਾਮ ਰਾਮ ਕਹਿਣਾ ਛੱਡ ਦੇ, ਅੱਲਾ ਅੱਲਾ ਕਰਿਆ ਕਰ ਤੈਨੂੰ ਛੱਡ ਦੂ ਬਾਦਸ਼ਾਹ। ਨਾਮਦੇਵ ਦੀ ਮਾਂ ਚਲੀ ਗਈ। ਜਦੋਂ ਨਾਮਦੇਵ ਦੇ ਸਾਹਮਣੇ ਕਹਿੰਦੀ, ਨਾਮਦੇਵ ਪੁੱਛਦਾ ਮਾਤਾ ਕਿਵੇਂ ਆਈ ਹੈ? ਕਹਿੰਦੀ ਵੀ ਗੱਲ ਸੁਣ ਲਾ, ਉਹ ਤਿੰਨਾਂ ਲੋਕਾਂ ਦਾ ਪਤੀ ਨਹੀਂ ਅਜੇ ਆਇਆ, 7 ਘੜੀਆਂ ਬੀਤ ਗਈਆਂ। ਬੀਤੀ ਸੁਣੀ ਹਜੇ ਨਾ ਆਇਓ ਘਰ ਪ੍ਰਭ, ਤਨ ਕਦੀ ਹਜੇ ਰੱਬੜੀ ਤੇ ਰਹਾਇਆ। ਆ ਦੇਖਦਾ ਹੁਣ ਨਾ ਮਿੰਟ ਪੋਟਿਆਂ ਤੇ ਕਹਿੰਦਾ ਮੁੜ ਕੇ ਤੈਨੂੰ ਹਾਥੀ ਦੇ ਪੈਰਾਂ ਨਾਲ ਬੰਨ ਕੇ ਘੜੀ ਸੱਜਣ।
कहना मां फिर कहती एक होर गल मेरे आखे लग गए कहती कहना मां की कहती मां कहती ऐ कर राम राम कहना छड़ दे ते ना तू खुदा खुदा करया कर तेनू बादशाह छड़ दे जो इन्नी गल कही नामदेव कहना ना मैं तेरा पुंगरा ना तू मेरी भाई तू मेरी मां नहीं मैं तेरा पुत नहीं मैनू धर्म तो लड़ाई जाती मैं नहीं राम राम कहना छड़ना ते मरी भी गाल जमनी होगी जो नामदेव ने हो गया ते भगवान कहते हैं कहते नामिया 10 बादशाह दे धरती पुठी कर दे कि रब नूं गुस्सा उदों आउंदा जो कोई बंदा संत नूं दुखी करदा नहीं रब नूं गुस्सा नहीं आउंदा इत्थे खड़ के गालां कढी जाओ रब गुस्सा नहीं आउंदा रब नूं गुस्सा ही उदों आउंदा जो कोई संत नूं दुखी करदा ना ते उदों रब हरनाक्ष वर्गे नूं नहा ना पाड़ दिंदा देख लो संत प्रहलाद की पैजन रखी संत दी पैज रख ली प्रहलाद दी हरनाक्ष नूं नहा नाल पाड़ के रंगजे बादशाह मुड़ के सौखा नहीं रहा गुरु तेग बहादुर नूं ते सरमंद फकीर वर्गे नूं कतल कर दिता मुड़ के दिल्ली च नहीं आए इहनूं कहंदे आ संतां नूं दुख दुखी करन वाला कदे बंदा सौखा नहीं रहा इस तरह जदों नामदेव ने कहा मां तू मेरी मां नहीं मैं तेरा पुत नहीं ते भगवान ने की कीता मरी भी गां चौड़ी करती ते महा भगवान नामदेव नूं पुछदे हो नामिया धरती पुठी करदे आ ये बादशाह नूं दस की करदे आ कहंदा बाबा जी ना धरती पुठी करो ना कुछ ना करो ये राजे नूं समत दे दे नूं अकल दे बस इहनूं ना अकल दे दिओ ये प्रजा नूं दुखी ना करे इस तरह माई दे इकलौते पुੱਤ ने ਜਦੋਂ ਮਾਂ ਦੇ ਹਿੱਤ 'ਚ ਧੱਕਾ ਮਾਰਿਆ ਇਹ ਕਹਿੰਦਾ ਮੈਂ ਤਾਂ ਸਿੰਘੀ ਆ ਤੂੰ ਮੇਰੀ ਮਾਂ ਨਹੀਂ ਮੈਨੂੰ ਧਰਮ ਤੋਂ ਲਾਉਣੀ ਹੈ ਜਦੋਂ ਮਾਂ ਦੇ ਮਾਰੇ ਨੇ ਹਿੱਤ 'ਚ ਧੱਕਾ ਤੇ ਮਾਂ ਦਾ ਇਕਲੌਤਾ ਪੁੱਤ ਉਹ 100 ਸਿੰਘਾਂ ਦੇ ਜਥੇ 'ਚ ਭੱਜ ਕੇ ਰਲਦਾ ਜਿਹੜੇ ਸ਼ਹੀਦ ਹੋਣ ਵਾਸਤੇ ਜਾਂਦੇ ਆ ਤੇ ਪੁਲਿਸਮੈਨ ਮਾਈ ਨੂੰ ਕਹਿੰਦੇ ਮਾਈ ਤੂੰ ਤਾਂ ਕਹਿੰਦੀ ਸੀ ਮੇਰਾ ਪੁੱਤ ਨੂੰ ਸ਼ੱਕ 'ਚ ਫੜ ਲਿਆਂਦਾ ਦੇਖ ਕੀ ਜਾਂਦਾ माता तेरा पुत्र डाकू मारे आसा आबा 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 तेरा पुत्र ਤੈਨੂੰ ਨਹੀਂ ਪਤਾ ਜੀ ਖੋਟੀ ਚਾਲ ਦਾ ਮਾਤਾ ਤੇਰਾ ਪੁੱਤ ਡਾਕੂਆਂ ਦੇ ਨਾਲ ਦਾ ਚੋਰਾਂ ਨੂੰ ਸੁਭਾ ਕਹਿੰਦੇ ਮਾਂ ਤੇਰਾ ਪੁੱਤ ਜਥੇ ਦੇ ਨਾਲ ਦਾ ਹੀ ਐ ਮਾਂ ਖੜੀ ਰੋਂਦੀ ਹੈ ਤੇ ਮਾਂ ਦਾ ਇਕਲੌਤਾ ਪੁੱਤ ਕਹਿੰਦਾ ਤੂੰ ਮੇਰੀ ਮਾਂ ਨਹੀਂ ਮੇਰੀ ਮਾਂ ਮਾਤਾ ਸਾਹਿਬ ਕੌਰ ਹੈ ਮੇਰਾ ਧਰਮ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਾ ਮੈਂ ਅਨੰਦਪੁਰ ਦਾ ਵਾਸੀ ਹਾਂ ਮੇਰੇ ਨਾਨਕੇ ਗੁਰੂ ਕੀ ਨਭੌਰ ਹੈ ਬੋਲੇ इस तरह ये बाणी पढ़ने वाले चुपड़ होते हैं 40 दिन तो लेके माइया बीबियां ने सेवा का कुंभ लाया बाणी के प्रवाह चले ते भागां वाले ने बाणी पढ़ी है भागां वाले ने बाणी सुनी है लोग सुखिए पर लोग सहेले नानक हर प्रभ आपे मिले गज बज के बोलो आने वाला सोना प्रबंध का बनेगा सब राम कली मोहल्ला तीजा नाम दे ओंकार सतगुर प्रसाद आनंद पे आवे माए सतगुर प्रसाद
ਜਸ਼ਨ ਪੰਜਾਬ ਦੇਖਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਅਮਰਜੀਤ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਪਿੰਡ ਡੇਲੂ ਦੇ ਵਿੱਚ ਪਹੁੰਚੇ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਮਾਤਾ ਭਾਗੋ ਸੁਖਮਨੀ ਸੁਸਾਇਟੀ ਵੱਲੋਂ ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਵਾਲਿਆਂ ਨੂੰ ਇੱਥੇ ਦੀਵਾਨ ਸਜਾਏ ਗਏ ਸਨ। ਆਓ ਸਾਰੇ ਤੁਹਾਨੂੰ ਇਹਨਾਂ ਦੇ ਪ੍ਰਧਾਨ ਨਾਲ ਬਣਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾਨ। ਇਸ ਵਾਕ ਮੁੱਖ ਰੱਖਦਿਆਂ ਮਾਤਾ ਭਾਗੋ ਸੁਖਮਨੀ ਸੁਸਾਇਟੀ ਦੀਆਂ ਸਮੂਹ ਬੀਬੀਆਂ ਵੱਲੋਂ ਸਵਾ ਮਹੀਨੇ ਪਾਠ ਸੁਖਮਨੀ ਸਾਹਿਬ ਜੀ ਦੇ ਕੀਤੇ ਗਏ ਹਨ। ਇਸ ਤੋਂ ਉਪਰੰਤ ਅਖੰਡ ਜਾਪ ਸ੍ਰੀ ਸੁਖਮਨੀ ਸਾਹਿਬ ਜੀ ਦੇ ਹੋਏ ਹਨ। ਅੱਜ ਦਮਦਮਾ 6ਵੀਂ ਪਾਤਸ਼ਾਹੀ ਦੇ ਡੇਲੋਂ ਪਿੰਡ ਡੇਲੋਂ ਵਿਖੇ ਦੀਵਾਨ ਸੰਤ ਬਾਬਾ ਧੂਰਕੋਟ ਵਾਲਿਆਂ ਦੇ ਦੀਵਾਨ ਸਜਾਏ ਗਏ ਹਨ ਤੇ ਸਾਰੀ ਸਮਾਪਤੀ ਅਟੁੱਟ ਲੰਗਰ ਵਰਤਿਆ ਹੈ, ਜਿਸ ਵਿੱਚ ਸਾਰੀ ਸਮਾਪਤੀ ਹੋਣ ਜਾ ਰਹੀ ਹੈ। ਅਸੀਂ ਸਾਰੀ ਸੰਗਤ ਦਾ ਮਾਤਾ ਭਾਗੋ ਸੁਖਮਨੀ ਸੁਸਾਇਟੀ ਦੀਆਂ ਸਮੂਹ ਬੀਬੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ੇ। ਨਗਰ ਡੇਲੋਂ ਨੂੰ ਸਾਰੀਆਂ ਬੀਬੀਆਂ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਾਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਕਾਲ ਪੁਰਖ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਹਰੇਕ ਸਾਲ ਦੀ ਤਰ੍ਹਾਂ ਸਾਧ ਸੰਗਤ ਨੂੰ ਇਹ ਉਦਮ ਉਪਰਾਲਾ ਕਰਨ ਦਾ ਉਦਮ ਬਖਸ਼ਿਸ਼ ਕੀਤਾ ਹੈ। ਜੋ ਬੀਬੀਆਂ ਵੱਲੋਂ ਹਰੇਕ ਸਾਲ ਸਵਾ ਮਹੀਨਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਜਾਂਦੇ ਹਨ। ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਜੋ ਸਾਲਾਨਾ ਸਮਾਗਮ ਹੈ ਕੀਤਾ ਗਿਆ ਹੈ। ਸਤਿਗੁਰੂ ਜੀ ਇਸੇ ਤਰ੍ਹਾਂ ਹੀ ਕਿਰਪਾ ਕਰਨ, ਆਪਣੀ ਮਿਹਰ ਭਰਿਆ ਹੱਥ ਸਾਧ ਸੰਗਤ ਦੇ ਸਿਰ ਤੇ ਰੱਖਣ, ਜੋ ਇਸ ਤਰ੍ਹਾਂ ਹੀ ਸਾਧ ਸੰਗਤ ਨਾਲ ਮਿਲ ਕੇ ਸੇਵਾ ਕਰਦੀ ਰਹੇ, ਨਾਮ ਜਪਦੀ ਰਹੇ। ਸਤਿਗੁਰੂ ਕਿਰਪਾ ਕਰਨ, ਸਾਰੀ ਸੰਗਤ ਸਿਰ ਤੇ ਮੇਰਾ ਭਰਾ ਰੱਖਣਾ, ਗੁਰਸਿੱਖੀ ਜੀ ਨੂੰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਸੁਸਾਇਟੀ ਦਾ ਨਾਮ ਮਾਤਾ ਭਾਗੋ ਸੁਖਨੀ ਸੁਸਾਇਟੀ ਹੈ। ਇਹ 30 ਸਾਲ ਤੋਂ ਬਣੀ ਹੈ। ਅਸੀਂ ਸੰਗਤਾਂ ਨੂੰ ਜੋੜ ਕੇ ਸਾਰੀ ਸੰਗਤ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਜੋੜਦੇ ਹਾਂ, ਬੀਬੀਆਂ ਨੂੰ ਸਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਜੁੜ ਕੇ ਰਹੋ, ਕਿ ਇਹ ਜਿਹੜੇ ਪਾਠ ਆ ਇਹ ਮਹਾਰਾਜ ਦੀ ਕਿਰਪਾ ਨਾਲ ਅਸੀਂ ਕਹਿੰਦੇ ਹਾਂ ਨਗਰ ਦੀ ਸੁੱਖ ਸ਼ਾਂਤੀ ਮੰਗਦੇ ਹਾਂ ਤੇ ਚੜ੍ਹਦੀ ਕਲਾ ਮੰਗਦੇ ਹਾਂ। ਵਾਹਿਗੁਰੂ ਦੀ ਕਿਰਪਾ ਨਾਲ ਇਹ ਸਮਾਗਮ ਹੁੰਦੇ ਹਨ। ਜੋ ਅਸੀਂ ਲੜਕੀਆਂ ਦੇ ਵਿਆਹ ਹੁੰਦੇ ਹਨ ਉਹਦੇ ਵਿੱਚ ਵੀ ਅਸੀਂ ਸਹਿਯੋਗ ਕਰਦੇ ਹਾਂ ਤੇ ਬਾਕੀ ਜੋ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਉਹਨਾਂ ਦੇ ਨਾਲ ਅਸੀਂ ਸਹਿਯੋਗ ਕਰਦੇ ਹਾਂ, ਨਾਲ ਮੋਢਾ ਲਾ ਕੇ ਖੜ੍ਹਦੇ ਹਾਂ ਤੇ ਸਾਰੀ ਸੰਗਤ ਨੂੰ ਜੋੜ ਕੇ ਅਸੀਂ ਕਹਿੰਦੇ ਹਾਂ ਵਾਹਿਗੁਰੂ ਦੇ ਗੁਣ ਗਾਓ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਹਰ ਸ਼ੁੱਕਰਵਾਰ ਮਾਤਾ ਭਾਗੋ ਸੁਖਨੀ ਸੁਸਾਇਟੀ ਬੀਬੀਆਂ ਹਰ ਹਫ਼ਤੇ ਪਾਠ ਕਰਦੀਆਂ ਹਨ ਤੇ ਕੀਰਤਨ ਕਰਦੀਆਂ ਹਨ। ਬੀਬੀਆਂ ਵੱਧ ਤੋਂ ਵੱਧ ਐਤਕੀ ਬਹੁਤ ਜ਼ਿਆਦੀਆਂ ਜੁੜ ਗਈਆਂ। ਅੱਗੇ ਵਾਸਤੇ ਵੀ ਬੇਨਤੀ ਕਰਦੇ ਹਾਂ ਕਿ ਬੀਬੀਆਂ ਵੱਧ ਤੋਂ ਵੱਧ ਜੁੜਨ ਤੇ ਖੁਸ਼ੀਆਂ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਘ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ ਦੇ ਮਾਂ ਵਾਕਾਂ ਅਨੁਸਾਰ ਮਾਈ ਭਾਗੋ ਸੁਖਮਨੀ ਸੁਸਾਇਟੀ ਪਿਛਲੇ 30 ਸਾਲਾਂ ਤੋਂ ਇਸ ਤਰ੍ਹਾਂ ਹੀ ਆਪਦੇ ਗੁਰਪੁਰਬ ਮਨਾਉਂਦੀ ਆਈ ਹੈ। ਸੱਚੇ ਪਾਤਸ਼ਾਹ ਤੇਰੇ ਅੱਗੇ ਅਰਦਾਸ ਬੇਨਤੀ ਕਰਦੇ ਆ ਬਾਜਾਂ ਵਾਲਿਆ, ਐਵੇਂ ਮਾਘ ਦੇ ਮਹੀਨੇ ਬੀਬੀਆਂ ਨੂੰ ਉਦਮ ਤੇ ਬਲ ਬਖਸ਼ਦੇ ਰਹਿਣਾ ਦਾਤਾ ਜੀ। ਇਹ 30 ਸਾਲ ਪਿਛਲੇ ਤੋਂ ਅਸੀਂ ਇਹ ਸੁਖਮਨੀ ਸੁਸਾਇਟੀ ਵਾਲੀਆਂ ਬੀਬੀਆਂ ਗੁਰਪੁਰਬ ਮਨਾਉਂਦੀਆਂ ਆ ਰਹੀਆਂ। ਸੱਚੇ ਪਾਤਸ਼ਾਹ ਐਵੇਂ ਹੋਰ ਵੀ ਬੀਬੀਆਂ ਨਾਲ ਰਲਦੀਆਂ ਨੇ। ਅੱਗੋਂ ਵੀ ਅਰਦਾਸ ਕਰਦੇ ਆ ਐਵੇਂ ਬੀਬੀਆਂ ਸਾਡੇ ਨਾਲ ਜੁੜਦੀਆਂ ਰਹਿਣ, ਅਸੀਂ ਐਵੇਂ ਹੀ ਹਰ ਸਮਾਗਮ ਮਨਾਉਂਦੇ ਰਹੀਏ। ਆਪਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਾਤਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੀਰ ਜੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ, ਇਹੀ ਚਾਹੁੰਦੇ ਹਾਂ ਕਿ ਮਹਾਰਾਜ ਸਾਡੀਆਂ ਬੀਬੀਆਂ ਦੇ ਜੱਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਤੰਦਰੁਸਤੀਆਂ ਬਖਸ਼ੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹਾਂ ਤੇ ਬੀਬੀਆਂ ਦਾ ਵੀ ਬਹੁਤ ਧੰਨਵਾਦ ਆ। ਸਾਲਾਨਾ ਜੋੜ ਮੇਲਾ ਮਨਾਉਂਦੇ ਰਹੀਏ, ਸਾਰੀ ਸੰਗਤ ਦੇ ਵਿੱਚ ਏਕਾ ਤੇ ਇਤਫਾਕ ਰਹੇ ਤੇ ਪਿਆਰ ਰਹੇ। ਪਿਆਰ ਦੇ ਨਾਲ ਸਾਰੀ ਸੰਗਤ ਸੇਵਾ ਕਰਦੀ ਰਹੇ, ਕਰਾਉਂਦੀ ਰਹੇ। ਬਸ ਇੰਨਾ ਹੀ ਚਾਹੁੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।